वाहिगुरु जी का खालसा वाहिगुरु जी की फतेह। सतगुरां दी निੱਘੀ गोद विच कदम कदम चलते हुए जुड़ बैठी गुरु रूप साध संगत जीओ। पातशाह जी की अपार कृपा हुई, गुरु गोद विच बैठण दा सुभाग प्राप्त होया। आओ जिन्ना भी ये समा है लेखे विच लाइए। सतगुरां दी पावन जीवन कथा दे विचों आप जी ने सरवण कीता सी। भाई महिमा जी सुल्तानपुर लोधी तो पैड़े मोखे नूं बड़े अदब दे नाल सतगुरां दी हजूरी विच लैके आए ने, जिन्हां ने संस्कृत भाषा विच लिखी हुई जन्म पत्री नूं गुरमुखी भाषा विच सुनाया भी है ते लिखिया भी है। हुण इस पावन कथा नूं सुना रहे ने भाई बाला जी। सुनन वाले श्रोतियां दे विचों महान महापुरख धन धन बाबा बुढ़ा जी, गुरु अमरदास पातशाह जो गुरु नहीं बने अजे, भाई पारो जुलका, सैन सरस, धिंगा नाई, गुरु अंगद दे पातशाह जी दे रसोईए सिख भाई जीवा जी, भर दरबार दे विच चौंकड़े लाके बैठे ने। ये सारे दे सारे ब्रह्म ज्ञानी सिख ने। इन्हां सिखां दे समेत भुंजे आसन लाके मेरे गुरुदेव गुरु अंगद दे पातशाह भी बैठे ने। बड़े विस्तार सहित आप जी ने इन्हां गुरमुखां बारे भी सुनिया। आओ लड़ी नूं अगे दोरीए, सुरत नूं एकाग्र चित बनाइए, ध्यान करके चलिए खडूर साहिब दी पावन धरती। पाओ प्रेम दी सांझ गज वज के आखो जी सतनाम श्री गुरु साहिब जी। सतनाम श्री इत्यादि जो सेवक प्रेमी भये कथा सुनने के नेमी। महाकवि भाई संतोख सिंह इस पावन कथा नूं वर्णन करते हैं। गुरु अंगद दे पातशाह जी की हजूरी विच उपरोक्त जो गुरमुखां गुरसिखां दे नाम आए ने ये पक्के ने, जिन्हां दे चौंकड़े कई कई घंटियां दे ने। होर भी बड़े ऐसे गुरसिख हन जिन्हां दे नाम लिखने मुनासिब नहीं, संगत बहुत है, जिन्हां दी रूटीन सी निता प्रत इस पावन कथा नूं अपने नगरां तो घरां तो पिंडां तो आके रोज सुनना। बेशक इस कथा का समा 4 तो 5 घंटे है हर रोज, पर कई बार सुरत इन्नी एकाग्र हुंदी है 2-2 दिन 24-24 घंटे भी कई बार लग जाते हैं। गुरु अंगद देव महाराज सादगी दे वस्त्र पा के
ਆਮ ਸਿੱਖਾਂ ਦੇ ਵਾਂਗ ਭੁੰਜੇ ਆਸਣ ਲਾ ਕੇ ਸੰਗਤ ਵਿੱਚ ਬੈਠੇ ਹਨ। ਅਪਰ ਮਨੁਜ ਆਵਹਿ ਕਰ ਹਿਤੋ ਸੁਣਹਿ ਕਥਾ ਬੇਦੀ ਕੁਲ ਕੀਟੋ। ਹੋਰ ਵੀ ਬੜੇ ਸਿੱਖ ਨੇ ਜਿਨ੍ਹਾਂ ਦੇ ਨਾਮ ਕਵੀ ਜੀ ਕਹਿੰਦੇ ਲਿਖੇ ਨਹੀਂ ਜਾ ਸਕਦੇ, ਕਿਉਂਕਿ ਹਜ਼ਾਰਾਂ ਵਿੱਚ ਗਿਣਤੀ ਹੈ। ਕਥਾ ਸੁਣਨ ਵਾਸਤੇ ਨਿਤਾ ਪ੍ਰਤੀ ਆਉਂਦੇ ਆ। ਹੁਣ ਸਤਿਗੁਰਾਂ ਦਾ ਹੁਕਮ ਸੀ ਭਾਈ ਕਿਸੇ ਸਿੱਖ ਨੇ ਕੋਈ ਦੁਨੀਆ ਦੇ ਕਾਰਜ ਦੀ ਗੱਲ ਨਹੀਂ ਕਰਨੀ, ਕੇਵਲ ਉਹੀ ਚੱਲ ਕੇ ਆਇਓ ਜੋ ਬੇਦੀ ਕੁਲ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣਨੀ ਚਾਹੁੰਦੇ ਆ। ਦੁਨੀਆਦਾਰੀ ਦੀਆਂ ਗੱਲਾਂ, ਸਮਾਜ ਵਿੱਚ ਕੀ ਹੋ ਰਿਹਾ ਹੈ, ਕੀ ਨਹੀਂ ਹੋਣਾ ਚਾਹੀਦਾ, ਸਤਿਗੁਰਾਂ ਸਪਸ਼ਟ ਕਿਹਾ ਸੀ, ਕਹਿੰਦੇ ਇਹ ਵਿਸ਼ਾ ਨਹੀਂ ਹੈ ਸਾਡਾ, ਕੇਵਲ ਕਥਾ ਗੁਰੂ ਨਾਨਕ ਸਾਹਿਬ ਦੀ ਹੋਣੀ ਹੈ। ਉਹੀ ਮੂਰਤਾਂ ਆਇਓ ਜਿਨ੍ਹਾਂ ਦੀ ਸੁਰਤ ਗੁਰੂ ਨਾਨਕ ਦੇ ਦੀਦਾਰ ਕਰਨੇ ਚਾਹੁੰਦੀ ਹੈ। ਬਹੁਤ ਵੱਡਾ ਦਰਬਾਰ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਜਾਇਆ ਗਿਆ, ਪੱਕਾ ਦਰਬਾਰ, ਜਿੱਥੇ ਨਿਤਾ ਪ੍ਰਤ ਭਾਈ ਬਾਲਾ ਜੀ ਆਉਂਦੇ ਆ, ਜਿਨ੍ਹਾਂ ਦੇ ਆਉਣ ਦਾ ਮਾਣ ਸਤਿਕਾਰ ਗੁਰੂ ਸਾਹਿਬ ਆਪ ਕਰਦੇ ਆ। ਭਾਈ ਬਾਲਾ ਜੀ ਦੇ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਗੁਰੂ ਅੰਗਦ ਦੇ ਪਾਤਸ਼ਾਹ ਆਪ ਹਾਜ਼ਰ ਹੁੰਦੇ ਨੇ। ਉਡੀਕ ਕਿਹਨਾਂ ਦੀ ਕੀਤੀ ਜਾਂਦੀ ਹੈ? ਜਿਨ੍ਹਾਂ ਨੂੰ ਵੱਡੇ ਮੰਨਿਆ ਜਾਂਦਾ ਹੈ। ਭਾਈ ਬਾਲਾ ਜੀ ਸਿੱਖਾਂ ਦੇ ਸਮੇਤ ਆਉਂਦੇ ਆ, ਗੁਰੂ ਅੰਗਦ ਦੇ ਪਾਤਸ਼ਾਹ ਉੱਠ ਕੇ ਖੜੇ ਹੋ ਜਾਂਦੇ ਆ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਾਥੀ ਨੇ। ਗੁਰੂ ਨਾਨਕ ਸਾਹਿਬ ਦੀ ਉਹ ਕਥਾ ਸੁਣਾ ਰਹੇ ਨੇ। ਇੰਨੇ ਪਿਆਰ ਵਿੱਚ ਭਿੱਜੇ ਹੋਏ ਗੁਰੂ ਅੰਗਦ ਦੇ ਮਹਾਰਾਜ ਆਪਣੇ ਸਿੱਖ ਪਿਆਰੇ ਦੀ ਜੈ ਜੈਕਾਰ ਕਰਦੇ ਨੇ। ਕਦੇ ਅਹਿਸਾਸ ਹੋਣ ਨਹੀਂ ਦਿੰਦਾ ਅਸੀਂ ਗੁਰੂ ਹਾਂ। ਆਮ ਸਿੱਖਾਂ ਦੇ ਵਾਂਗ ਸੰਗਤ ਵਿੱਚ ਵਿਚਰਦੇ ਹਨ। ਬਾਲਾ ਕਰਤੋ ਚਾਰ ਮੁਖ ਪੈੜੀ ਲਿਖੀ ਸੁਧਾਰ। ਕਵੀ ਕਹਿੰਦੇ ਇਸ ਪਾਵਨ ਕਥਾ ਨੂੰ ਭਾਈ ਬਾਲਾ ਜੀ ਲਾਗੇ ਚੌਂਕੜਾ ਆਪਣੀ ਰਸਨਾ ਤੋਂ ਕੰਠੋਂ ਉਚਾਰਦੇ ਨੇ। ਕਥਾ ਕਿਹਨੂੰ ਕਹਿੰਦੇ ਆ? ਕਥਾ ਦਾ ਅਰਥ ਕੀ ਹੈ? ਕਥਾ ਦਾ ਅਰਥ ਹੁੰਦਾ ਹੈ ਕਾ ਨਾਮ ਸੁੰਦਰਤਾ ਦਾ, ਥਾ ਨਾਮ ਜਗ੍ਹਾ ਦਾ। ਜਿਹੜੀ ਬੋਲੀ ਤੁਹਾਨੂੰ ਤੁਹਾਡੀ ਸੁਰਤ ਨੂੰ ਸੋਹਣੀ ਥਾਂ ਰੱਬ ਦੇ ਕੋਲ ਲੈ ਜੇ, ਕੇਵਲ ਉਹਨੂੰ ਕਥਾ ਕਿਹਾ ਜਾਂਦਾ ਹੈ। ਦੁਨੀਆ ਦੇ ਕਿਸੇ ਜ਼ਮਾਨੇ ਦੀਆਂ ਜਬੜੀਆਂ, ਇੱਧਰ ਉੱਧਰ ਦੀਆਂ ਗੱਲਾਂ ਤੇ ਟੱਲੇ ਲਾਉਣੇ ਕਥਾ ਨਹੀਂ ਹੁੰਦੀ। ਕਥਾ ਉਹ ਹੈ ਜੋ ਗੁਰੂ ਦੇ ਚਰਨਾਂ ਵਿੱਚ ਸੁਰਤ ਨੂੰ ਲੈ ਜਾਵੇ। ਤੇ ਦੂਜਾ ਗੁਣ ਕਥਾ ਦਾ, ਜਿਹਨੇ ਕਥਾ ਸੁਣਾਉਣੀ ਹੈ ਕੰਠੋਂ ਉਚਾਰੇ। ਭਾਈ ਬਾਲਾ ਜੀ ਦੇ ਕੋਲ ਕੋਈ ਪੋਥੀ ਨਹੀਂ ਹੈ, ਕੋਈ ਕਿਤਾਬਚਾ ਨਹੀਂ, ਕੁਝ ਵੇਖਦੇ ਨਹੀਂ, ਕਿਉਂਕਿ ਜਿਹੜੀ ਚੀਜ਼ ਸੁਰਤ ਵਿੱਚ ਆਉਣੀ ਹੈ ਨਾ, ਬਿਨਾਂ ਦੇਖੇ ਆਉਣੀ ਹੈ। ਇਸ ਲਈ ਉਹ ਚੌਂਕੜਾ ਲਾ ਕੇ ਬਹਿ ਜਾਂਦੇ ਆ, ਅਰਦਾਸ ਕਰਕੇ ਮਹਾਰਾਜ ਦੇ ਚਰਨਾਂ 'ਚ। ਆਪਣੇ ਕੰਠ ਤੋਂ ਭਾਈ ਬਾਲਾ ਜੀ ਇੱਕ ਇੱਕ ਬੋਲ ਬੋਲਦੇ ਆ। ਗੁਰੂ ਅੰਗਦ ਦੇ ਪਾਤਸ਼ਾਹ ਕੰਨਾਂ ਨਾਲ ਪਿਆਰ 'ਚ ਭਿੱਜ ਕੇ ਸੁਣਦੇ ਨੇ। ਭਾਈ ਪੈੜਾ ਮੋਖਾ ਕਲਮ ਲੈ ਕੇ ਲਿਖੀ ਜਾਂਦਾ ਨਾਲ ਦੀ ਨਾਲ। ਇਹ ਉਹ ਕਥਾ ਏ ਲਿਖੀ ਹੋਈ ਜਿਹਨੂੰ ਕਿਹਾ ਜਾਂਦਾ ਜਨਮ ਸਾਖੀ ਭਾਈ ਬਾਲਾ ਜੀ। ਭਾਈ ਬਾਲੇ ਵਾਲੀ ਜਨਮ ਸਾਖੀ ਜੋ ਗੁਰਮੁਖੀ ਭਾਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਅੰਗਦ ਦੇ ਮਹਾਰਾਜ ਨੇ ਲਿਖੀ ਹੈ। ਭਾਈ ਬਾਲਾ ਸੁਣਾਉਣ ਲੱਗੇ। ਹੁਣ ਵੇਖੋ ਸਿੱਖ ਦੀ ਰਫ਼ਤਾਰ ਕਿੰਨੀ ਹੋਣੀ। ਜੋ ਰਸਨਾ ਤੋਂ ਬਚਨ ਆਉਂਦੇ ਆ, ਕਹਿੰਦੇ ਕਲਮ ਨਾਲ ਲਿਖਦਾ ਰਹਿੰਦਾ ਏ। ਦੋ ਹੱਥਾਂ 'ਚ ਦੋ ਕਲਮਾਂ ਫੜ ਕੇ ਭਾਈ ਪੈੜਾ ਮੋਖਾ ਲਿਖਦਾ ਹੀ ਰਹਿੰਦਾ ਹੈ। ਇਹ ਕਲਾ ਬਹੁਤ ਵੱਡੀ। ਹੁਣ ਪੈੜਾ ਮੋਖਾ ਕਥਾ ਲਿਖਦਾ ਹੈ, ਭਾਈ ਬਾਲਾ ਸੁਣਾਉਂਦੇ ਆ। ਸਰੋਤਿਆਂ 'ਚ ਕੌਣ ਨੇ? ਬਾਬਾ ਬੁੱਢਾ ਜੀ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਅੰਗਦ ਦੇ ਮਹਾਰਾਜ, ਸੈਣ ਸਰਸ, ਢਿੰਗਾ ਨਾਈ, ਭਾਈ ਜੀਵਾ, ਪਰਮਹੰਸ, ਪਾਰੋ ਜੁੜਦਾ, ਜਿੰਨੇ ਵੀ ਗੁਰੂ ਕੇ ਸਿੱਖ ਕਹਿੰਦੇ ਨੇਤਰ ਬੰਦ ਕਰਕੇ ਬਹਿ ਜਾਂਦੇ ਆ। ਜਦੋਂ ਨੇਤਰ ਹੁੰਦੇ ਆ ਬੰਦ, ਭਾਈ ਬਾਲਾ ਜੀ ਦੇ ਬੋਲ ਗੁਰੂ ਨਾਨਕ ਸਾਹਿਬ ਕੋਲ ਲੈ ਜਾਂਦੇ ਆ। ਸੁਰਤ ਇਕਾਗਰ ਹੋ ਜਾਂਦੀ ਹੈ। ਲਿਖਵਾਏ ਅੰਗਦ ਗੁਰੂ ਜਗ ਕੀ ਕਾਜ ਉਦਾਰ। ਗੁਰੂ ਅੰਗਦ ਦੇ ਮਹਾਰਾਜ ਨੇ ਇਹ ਸਾਰੀ ਕਥਾ ਆਪ ਲਿਖਵਾਈ ਹੈ ਹਜ਼ੂਰੀ ਵਿੱਚ ਬੈਠ ਕੇ ਭਾਈ ਬਾਲਾ ਜੀ। ਇਹ ਨਹੀਂ ਕਹਿਣਾ ਚਾਹੀਦਾ ਵੀ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਦੀ ਹਜ਼ੂਰੀ 'ਚ ਬੈਠੇ। ਇਹ ਕਿਉਂ? ਵੀ ਭਾਈ ਬਾਲੇ ਦੀ ਹਜ਼ੂਰੀ ਵਿੱਚ ਬਹਿ ਕੇ ਗੁਰੂ ਅੰਗਦ ਦੇ ਮਹਾਰਾਜ ਲਿਖਾ ਰਹੇ ਆ।
इस वेले गुरु अंगद देव महाराज अपने आप को वड्डा नहीं मानते। वड्डा कौन है? सब ते वड्डा सतगुरु नानक जिन गल आखी। जिहदे प्यार दे गुणां नूं भाई बाला जी गाउंदे आ, वो वड्डे दा साथी वड्डा है। ते इस करके उन्हां दी हजूरी च कथा लिखाई जाती है। पहले दिन की कथा शुरुआत हुई है। भाई बाला सुणाउंदे आ, पैड़ा मोखा लिखदा है कहते बड़े कागजां दे ढेर लाए हुए, कोई डिस्टर्बेंस नहीं है। आम संगतां नूं इस दरबार तो दूर रखिया जांदा है, केवल उन्हां नूं बिठाया जांदा है जिन्हां दी बुद्धि तीक्ष्ण होवे, जो सुन के कुछ कमाउणा चाहुंदे आ। जिहड़े मेरे वर्गे गल्लां बातां दी सैर करन वाले उन्हां नूं नहीं बिठाया जांदा, क्योंकि वो टिक नहीं सकते। ये एकाग्रता का विषय है। कथा ना जी रौले का विषय नहीं है, एकाग्रता का विषय है। जे सुनने वाला ते सुनाउण वाला एकाग्र चित्त बैठे है ना, गल तां बनदी है। जे ठक ठक खड़ खड़ दी आवाज, कदे मेरे वर्गे दा फोन बज गया, कदे इधर वेख लिया उधर वेख लिया, माफ करियो एहो जे लोकां दे वस दा काम नहीं हुंदा कथा सुनना। बड़ा गैर गंभीर विषय है। भाई बाला जी रसना तो एक ओंकार सत करतार बोलदे ने, सो सुन वर्णन करत कव छंद चौपई बंद। कभी भाई संतोख सिंह आखदे आ, कहते गुरु नानक साहब ने कृपा कीती, जे भाई बाला जी ने कथा सुनाई, गुरु अंगद देव महाराज ने लिखाई, भाव च लिखाई सीधा सीधी स्पष्ट। कवि कहते फिर कृपा कीती गुरु नानक साहब ने दास दे कवि दे, छंदां दे विच, छंदबंदियां दे विच, कवित सवैयां दे विच, कविता दे रूप दे विच सब तो वड्डी कथा लिखी कवि भाई संतोख सिंह ने। कोई भाषा नहीं छड्डी उन्हें इतिहास में, अरबी की, ब्रज की, संस्कृत की, फारसी की, उर्दू की। आ जिहड़ी कथा आपदी सुनदे हो ना भाई साहब पढ़दे हैं, ਇਹਦੇ ਵਿੱਚ 6 ਤੋਂ 7 ਭਾਸ਼ਾਵਾਂ ਲਿਖੀਆਂ ਹੋਈਆਂ ਕਵਿਤਾ ਦੇ ਰੂਪ ਦੇ ਵਿੱਚ। ਜਿਹੋ ਦੇ ਇਲਾਕੇ ਦੀ ਗੱਲ ਹੁੰਦੀ ਹੈ ਕਵੀ ਉਹੋ ਜਿਹਾ ਜ਼ਿਕਰ ਕਰਦੇ ਆ। ਹੁਣ ਖਡੂਰ ਸਾਹਿਬ ਦੀ ਗੱਲ ਚੱਲਦੀ ਹੈ, ਗੁਰੂ ਨਾਨਕ ਸਾਹਿਬ ਦੇ ਇਲਾਕੇ ਦੀ ਗੱਲ ਚੱਲਦੀ, ਮਾਝੇ ਦੀ, ਤਕਰੀਬਨ ਉਹਨਾਂ ਨੇ ਮਾਝੇ ਦੀ ਭਾਸ਼ਾ, ਫਿਰ ਜਿੱਧਰ ਜਿੱਧਰ ਮਹਾਰਾਜ ਜਾਣਗੇ ਉਸ ਇਲਾਕੇ ਦੀ ਭਾਸ਼ਾ। ਜੇ ਗੁਰੂ ਸਾਹਿਬ ਪਸ਼ਾਵਰ ਗਏ ਆ ਤੇ ਪਸ਼ਾਵਰ ਦੀ ਭਾਸ਼ਾ, ਪਸ਼ਤੋ, ਉਹਨਾਂ ਇਲਾਕਿਆਂ ਦੀ ਬੋਲੀ ਕੋ ਐਡ ਕਰਦੇ ਜਾਂਦੇ ਆ। ਕਹਿੰਦੇ ਇਹ ਸਾਰੀ ਕਿਰਪਾ ਸਤਿਗੁਰਾਂ ਨੇ ਕਰਕੇ ਦਾਸ ਤੋਂ ਲਿਖਾਈ ਹੈ। श्री नानक परमात्मा बंधन कर सुख कंद। श्री नानक परमात्मा बंधन कर्म सुख कंद। कहते गुरु नानक साहब महाराज आप परमात्मा ने बार बार उन्हां दे चरनां ते बंधना है। श्री नानक परशोत्तम परम परावर नाथ जुगल चरण मम बंधना धर कर मत। ऐ गुरु नानक साहब सच्चे पातशाह मेरी बंदना आप जी दे चरनां विच सिर रख के बार बार है। कवि नमस्कार करदे आ। ये पहले बचन बोले सी भाई बाला जी ने, कहंदे उस निरंकार दी मैं अकथ कथा सुनाउण लगा। अकथ कथा किहड़ी है? जिहड़ी कथी नहीं जा सकती, ते ओ कथा है जिहदा कथन केवल एक मजबूरी विच कीता गया, पर सुनाई ते लिखाई नहीं जा सकती। तेरे कवन कवन गुण कह गावा तू साहिब गुणी निधाना। तुम्हारी महिमा बन ना सातों तू ठाकुर ऊंच भगवाना। तू ते बहुत बड़ा मालिक है। मेरी एक जुबान तेरी इस कथा नू कथन नहीं कर सकती। जिस चीज नू जुबान नाल बोलिया ना जावे उन्होंने कहा जाता है अकथ, जो कथी नहीं गई, कथन नहीं की जाती। कोशिश है भाई बाला जी की, कहते मैं गुरु नानक साहब के सारे गुण नहीं सुना सकता, जिन्ने क मेरी मत सोची बुद्ध काम कर रही है ना, मैं उस तरीके नाल ही सुना सकता, क्योंकि उस रब नूं कलम नाल लिखिया नहीं जा सकता। ओदी महिमा ओदी तारीफ इन्हां बुलियां दे नाल, इस जीवा दे नाल कीती जा नहीं सकदी। कबित को कवि उपमा सो देत पारजत पग। इत्थे बड़े प्यार विच पहला कवित कवि जी ने उच्चारण कीता जो भाई बाला जी ने अपनी रसना तो बोलिया। वो कहते मैं अपना जिक्र नहीं करता, वो ते गल ही स्पष्ट कर गए आ, कहते मैं नहीं तेरे गुण गा सकता। ये निम्रता है,
ये वडप्पण है भाई बाला जी का। कहते कोई कवि सतगुर गुरु नानक साहब महाराज तेरे चरणों को कमल फुੱਲ ਨਾਲ तरकी करता है भी मर्द तेरे चरण ने वो कमल वर्गे आ। कमल ਨੂੰ क्यों कहा जाता है? क्योंकि कमल है ना जेड़ा बड़ा सॉफ्ट है, नरम है, उज्जल है, गंदगी चो पैदा होके भी वो साफ सुच्चा रहता है, मैला नहीं होता। कहते किसी ने सतगुर जी तेरे चरणा कमलों ਨੂੰ पारजात रुख ਨਾਲ जोड़िया। काम तेन पारजात हर हर रुख बाणी का वचन है। कहते जिवें काम तेन गऊ है ना स्वर्ग विच मन्निया जांदा एक पारजात रुख ऐसा है जिहदे थल्ले खड़ के जो भी मंगो मिल जांदा। कहते पातशाह पारजात रुख ते कमल दा फुੱਲ तेरे चरणा वर्गे ने। ये नहीं कहा जा सकता भी तेरे चरण कमल वर्गे ने। तू महान है। ये सब कुछ ते तुसी आप साजण वाले सब तुहाडा बनाया होया ए। ओ कहे गुरु पग कमल अमल है। ते कोई कहता पातशाह तेरे चरण कमल वर्गे ने भी मैल तो रहते ने। साडे कादे चरण ने? सानू कोई कहता बाबा जी घरे चरण पाओ। चरण कादा भी सारे आवांगे। साडे ते खुरड़े आ पता नहीं कदे जराबां पाइयां नहीं पाइयां धोते कि नहीं धोते। ये किहड़े चरण? चरण ते केवल सतगुर दे हुंदे, केवल गुरु दे ने जां गुरु दे प्यारियां दे। कहते महाराज आप जी दे चरण उज्जल हन मैल तो रहत। कमल नूं तां तेरे चरणां नाल जोड़िया जांदा क्योंकि कमल दा फुੱਲ मैला नहीं हुंदा। कदे भी देख लो उपजिया चिकड़ चों है, खत्म चिकड़ विच होना है। कहते वो उपर उठ के रहिंदा, उहदी चमक दमक बड़ी है, खुशबू महक बड़ी है। ते सिखा तेरा जीवन भी ऐसा होवे गंदली दुनिया विच रह के भी तू दुनिया तो निर्लेप होए। माफ करियो साडे ते दुनिया दा असर बड़ा है। असर क्यों है? लोग की कहणगे जे मैं आ कीता ते लोग तां की कहणगे, ए नाम कीता ते रिश्तेदार की कहणगे। दुनिया विच रहे उपर उठना चाहुंदे सी उठे नहीं, मैल विच जम्मे ते मैल च मर जाना है। पर गुरु दे प्यारे कमलां वर्गे क्योंकि चरण गुरु दे कमल जैसे ने ते कमल गुरु दे चरना वर्गा है जिन्हों कदे मैल नहीं लगदी। गुरु दे चरण ध्यान वाला मन दी मैल हटा लैंदा ए। जो पार जात नाच तिन गत दान नाही। सतगुरु जी जे पारजात रुख दी गल करिए भी वो सब कुछ दे सकदा है, सचमुच सब कुछ दे सकदा है, पर एक चीज नहीं दे सकदा जो तेरे चरना कमलों चों मिलदी है। तेरे चरना कमलों चों मुक्ति दी दात मिलदी। पर काम धीन गऊ पारजात रुख किसी नूं मुक्ति नहीं दे सकदे। आखो सतनाम। जिन्हें जिन्हें तैनूं जपिया उते जीवन मुक्त हो गए। गुरु दे चरण ऐसे आ, सतगुर दा शब्द ऐसा है जीवन मुक्त गुरु नानक साहब महाराज ने उन्होंने कर दिता जिहड़ा गुरु दे चरना कमलों च आया। बड़े प्यार च भाई बाला जी कहते पातशाह तेरे चरना कमलों की मौज नूं मैं किवें लिखां? भगत लिखदे कबीर चरण कमल की मौज को कहो कैसे अनुमान, कहबे तो शोभा नहीं देखा ही परवान। तेरे चरना कमलों की मौज नूं मैं किवें कह दियां? जिन्हें माणी है दस नहीं सकता। कहो कबीर गूंगे गुड़ खाया पूछे ते क्या कही है। तेरे चरना कमलों की मौज आनंद ऐसा है पुछिया दसिया नहीं जा सकता क्योंकि ये मुक्तदायक ने, मुक्ति देण वाले ने। पर पारजात रुख जमाने दियां इच्छावां पूरीਆਂ कर सकदा पर मुक्ति नहीं दे सकदा। इससे करके तेनू पार ब्रह्म कहंदे आ। तू पापा पुन्ना तो परे है। अमल कमल रैन विखे मुख मिल है। ऐ सतगुरु जी कमल दा फुੱਲ तेरे चरनां दी की रीस कर सकदा है? की रीस करेगा? वो जिहड़ा दिने दिने खड़दा ते रात नूं मुरझा जांदा, सूरज बिना मुरझा जांदा। पर जिन्हों तेरे चरना कमलों का आसरा मिलिया, दिन होवे रात होवे धुप होवे छां होवे, बचपन जवानी बुढ़ापा दुख होवे सुख होवे, वो कदे भी तैथों दूर नहीं हुंदा। आखो सतनाम। ये मौज है तेरे चरनां दी। कमल दे फुੱਲ विच ते कमी है, ਉਹਦੀ कमी है। रात नूं
ਮੂੰਹ ਹੇਠਾਂ ਕਰ ਲੈਂਦਾ ਹੈ, ਮੁਰਝਾ ਜਾਂਦਾ ਹੈ। ਸੂਰਜ ਚੜਿਆ ਹੋਵੇ ਚਮਕਦਾ ਹੈ, ਪਰ ਸਤਿਗੁਰੂ ਤੇਰੇ ਗਿਆਨ ਦਾ ਚਾਨਣ ਜਿਨ੍ਹਾਂ ਦੇ ਹਿਰਦੇ ਵਿੱਚ ਹੋ ਗਿਆ ਨਾ, ਜਿਨ੍ਹਾਂ ਤੇਰੀ ਕਥਾ ਨੂੰ ਸੁਣਿਆ ਕਦੇ ਮਰਝਾਉਂਦੇ ਨਹੀਂ। ਵੈ ਤੋ ਸਹਦੇਤ ਦੇਤ ਕਾਮਨਾ ਭਗਤ ਨਿਜ। ਐ ਸਤਿਗੁਰੂ ਤੁਸੀਂ ਤੇ ਆਪਣੇ ਭਗਤਾਂ ਨੂੰ, ਪਿਆਰਿਆਂ ਨੂੰ ਸਭ ਕੁਝ ਬਖਸ਼ਣ ਵਾਲੇ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਤੇਰੇ ਨਾਮ ਦੀ ਦਾਤ ਹੈ, ਤੇਰੇ ਚਰਨਾਂ ਕਮਲਾਂ ਦੀ ਦਾਤ ਹੈ ਇਹ। ਜਿਨ੍ਹਾਂ ਦੇ ਹਿਰਦਿਆਂ ਵਿੱਚ ਵਸਿਆ ਉਹਨਾਂ ਭਗਤਾਂ ਨੇ ਆਪਣਾ ਜੀਵਨ ਤੇਰੇ ਤੋਂ ਕੁਰਬਾਨ ਕਰ ਦਿੱਤਾ। ਭਾਈ ਬਾਲਾ ਜੀ ਦੇ ਪਹਿਲੇ ਬੋਲ ਸਨ ਨੇਤਰਬੰਦ ਕਰਕੇ। ਗੁਰੂ ਨਾਨਕ ਸਾਹਿਬ ਦੀ ਹੁਕਮਾਂ ਦੇ ਵਿੱਚ ਉਹ ਇਹ ਸ਼ਬਦ ਗਾਉਂਦੇ ਨੇ, ਵਸਰ ਓ ਰਜਨੀ ਮੇ ਏਕ ਸ਼ੇਸ਼ ਤੁਲ ਹੈ। ਤੇਰੇ ਚਰਨ ਕਮਲ ਸਤਿਗੁਰੂ ਦਿਨ ਰਾਤ ਹੋਵੇ, ਜ਼ਿੰਦਗੀ ਦੀ ਸੁੱਖ ਤੇ ਦੁੱਖ ਹੋਣ, ਇੱਕ ਸਮਾਨ ਹੀ ਰਹਿੰਦੇ ਆ। ਕਮਲ ਦਾ ਫੁੱਲ ਰਾਤ ਨੂੰ ਮੁਰਝਾ ਜਾਂਦਾ, ਦਿਨੇ ਖਿੜ ਜਾਂਦਾ ਹੈ, ਪਰ ਕਦੇ ਇਹ ਥੋੜਾ ਹੋਇਆ ਵੀ ਰੱਬ ਰਾਤ ਨੂੰ ਸੌਂ ਜਾਂਦਾ ਤੇ ਦਿਨੇ ਦਿਨੇ ਜਾਗਦਾ। ਸੁਣਿਆ ਕਦੇ? ਹੋ ਸਕਦਾ ਅਸੀਂ ਇੰਡੀਆ ਦੀ ਧਰਤੀ ਤੇ ਸੌਂ ਜੀਏ ਤੇ ਉਧਰ ਅਮਰੀਕਾ ਚ ਨਿਤਨੇਮ ਸ਼ੁਰੂ ਹੋ ਜਾਂਦਾ ਹੈ। ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਸਮਾਂ ਕਿਹੜੇ ਕਿਹੜੇ ਫਰਕ ਨਾਲ ਹੈ। ਕਿਤੇ ਰਹਿ ਰਸ ਦਾ ਪਾਠ ਹੁੰਦਾ, ਕਿਤੇ ਆਸਾ ਜੀ ਕੀ ਵਾਰ ਹੋ ਰਹੀ ਹੈ। ਦੁਨਿਆਵੀ ਤੌਰ ਤੇ ਵੀ ਸਤਿਗੁਰ ਸਦਾ ਹੀ ਜਾਗਦੇ ਆ। ਅਸੀਂ ਸੁਖਾਸਣ ਕਰਦੇ ਹਾਂ, ਉਹ ਪ੍ਰਕਾਸ਼ ਕਰਦੇ ਆ। ਕਿਤੇ ਦੁਪਹਿਰ ਵੇਲੇ ਬੈਠੇ ਅਸੀਂ ਬਿਲਾਵਲ ਦੀ ਚੌਂਕੀ ਲਾਉਨੇ ਆ, ਕਿਤੇ ਉਹ ਆਰਤੀ ਦਾ ਜਾਪ ਕਰਦੇ ਆ ਦੁਨਿਆਵੀ ਤੌਰ ਤੇ, ਪਰ ਤੂੰ ਤੇ ਸਦਾ ਜਾਗਦਾ ਹੈ। ਆ ਬਨਸਪਤ ਜੰਨੀ ਹੈ, ਇਹ ਸੂਰਜ ਚੜੇ ਤੋਂ ਖਿੜਦੀ। ਜੇ ਸੂਰਜ ਨਾ ਚੜੇ ਕੋਈ ਫੁੱਲ ਨਾ ਖਿੜੇ, ਜੇ ਚੰਦਰਮਾ ਨਾ ਹੋਵੇ ਕੋਈ ਫਲ ਦੁਨੀਆ ਤੇ ਪੱਕੇ ਨਾ, ਰਸ ਨਾ ਹੋਵੇ, ਪਰ ਤੇਰੇ ਚਰਨਾਂ ਕਮਲਾਂ ਦਾ ਰਸ ਹਰ ਵੇਲੇ ਅੱਠੇ ਪੈਰ ਹੈ। ਕੋਈ ਸਮਾਂ ਥੋੜੀ ਹੈ ਵੀ ਤੈਨੂੰ ਜਪਣ ਵਾਲਾ ਅੰਮ੍ਰਿਤ ਵੇਲੇ ਪਾਠ ਕਰੂਗਾ, ਰਾਤ ਨੂੰ ਮਨਾਹੀ ਹੈ। ਬਾਣੀ ਪੜ੍ਹਨ ਵਾਲੇ ਸਾਰੀ ਸਾਰੀ ਰਾਤ ਚੌਂਕੜੇ ਲਾਉਂਦੇ ਆ। ਮੇਰੇ ਵਰਗਾ ਸਵੇਰੇ 5 ਵਜੇ ਉੱਠ ਕੇ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ, ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਗੁਰੂ ਨਾਨਕ ਸਾਹਿਬ ਦੀ, ਰਾਤ ਭਰ ਚੌਂਕੜੇ ਲੱਗੇ ਰਹਿੰਦੇ ਬੰਦਗੀ 'ਚ। ਕੋਈ 12:15 ਵਜੇ ਉੱਠਿਆ, ਕੋਈ 1:15 ਵਜੇ ਉੱਠਿਆ। ਕਿਰਪਾ ਦੀ ਗੱਲ ਹੈ ਜਿਨ੍ਹਾਂ ਤੇ ਹੋ ਜਾਂਦੀ ਹੈ। ਸਤਿਗੁਰੂ ਤੁਸੀਂ ਹਰ ਵੇਲੇ ਜਾਗਦੇ, ਤੇਰੇ ਪਿਆਰ ਵਿੱਚ ਹਰ ਕੋਈ ਜਾਗਦਾ ਏ। ਲਖੇ ਪਦ ਅਦਰਨਾ ਪਾਰ ਜਾਤ ਕਮਲ ਕੋ। ਮੈਂ ਵੇਖਿਆ ਤੇਰੇ ਚਰਨਾਂ ਦੇ ਉਪਾਸ਼ਕ ਵੀ ਨਹੀਂ ਹੈ। ਪਾਰ ਜਾਤ ਰੁਖ ਕਾਮ ਧੀਨ ਗਊ ਤੇ ਕਮਲ ਦਾ ਫੁੱਲ। ਕਿ ਸਵਰਗਾਂ ਵਿੱਚ ਜਾ ਕੇ ਪਾਰ ਜਾਤ ਮਿਲਦਾ, ਉਸ ਤੋਂ ਪਹਿਲਾਂ ਨਹੀਂ ਮਿਲਦਾ। ਪਰ ਤੇਰੇ ਚਰਨਾਂ ਵਿੱਚ ਕੋਈ ਵੀ ਆ ਜੇ, ਕੋਈ ਵੀ ਆ ਜੇ, ਜਾਤ ਨਹੀਂ ਵੇਖੀ ਜਾਂਦੀ, ਧਰਮ ਮਜ਼ਹਬ ਕੁੱਲ ਨਹੀਂ ਵੇਖੀ ਜਾਂਦੀ। ਕਿਸੇ ਦੇ ਗੁਣ ਤੇ ਔਗਣ ਤੁਸੀਂ ਨਹੀਂ ਵੇਖਦੇ। ਐ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੀ ਸ਼ਰਨ ਵਿੱਚ ਕੌਡਾ ਰਾਖਸ਼ ਆਇਆ, ਤੁਸੀਂ ਭਾਈ ਕੌਡਾ ਬਣਾ। ਤੇਰੀ ਸ਼ਰਨ ਵਿੱਚ ਸੱਜਣ ਠੱਗ ਆਇਆ, ਤੁਸੀਂ ਉਸ ਠੱਗ ਨੂੰ ਸੱਜਣ ਬਣਾ ਕੇ ਰੱਖਦਾ। ਕਿਹਦਾ ਮੈਂ ਜ਼ਿਕਰ ਕਰਾਂ। ਜਿਹੜੇ ਸਿੱਧੇ ਨਹੀਂ ਕਦੇ ਹੋ ਸਕਦੇ ਸੀ, ਤੁਸੀਂ ਸੁਧਾਰ ਦਿੰਦੇ, ਉਹਨਾਂ ਨੂੰ ਤੁਸੀਂ ਰਾਹ ਪਾਤਾ। ਬਾਬਰ ਵਰਗਿਆਂ ਨੂੰ ਤੁਸੀਂ ਜਾਬਰ ਆਖਿਆ ਏ। ਤਾਂ ਤੇ ਪਗ ਪਗ ਪਰ ਜਾਤ ਨਾ ਕਮਲ ਹੈ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਤੇਰੇ ਚਰਨਾਂ ਵਰਗਾ ਕੌਣ ਹੋ ਸਕਦਾ ਹੈ। ਕਹਿੰਦੇ ਤੇਰੇ ਚਰਨਾਂ ਕਮਲਾਂ ਦੀ ਧੂੜ ਸਾਨੂੰ ਮਿਲ ਜੇ। ਧੂੜ ਚਾਹੀਦੀ ਸਿੱਖ ਨੂੰ, ਐਸੀ ਧੂੜੀ ਗੁਰੂ ਦੇ ਚਰਨਾਂ ਦੀ ਮਿਲ ਜੇ ਤੇ ਫਿਰ ਮਨ ਖੁਸ਼ ਕਿੰਨਾ ਹੋ ਜੇ। ਅੱਜ ਸਾਡੇ ਕੋਲ ਚਰਨ ਧੂੜ ਕਿੱਥੇ ਹੈ। ਚਰਨ ਧੂੜ ਤੇਰੇ ਧੋਏ ਧੋਏ ਦੀਵਾ ਆਪਣੇ ਸਤਿਗੁਰੂ ਤੋਂ ਬਲਿਹਾਰ। ਕੁਰਬਾਨ ਹੋਣ ਵਾਲੀ ਸਾਡੀ ਆਤਮਾ ਕਿੱਥੇ ਹੈ। ਗੁਰੂ ਤੋਂ ਬਲਿਹਾਰ ਕਿੱਥੇ ਜਾਈਏ। ਉਹ ਸਾਡੀ ਤੇ ਬਿਰਤੀ ਬਸ ਬਾਹਰ ਤੱਕ ਹੈ ਵੀ ਚਰਨ ਗੰਗਾ ਦਾ ਪਾਣੀ ਪੀ ਜਾਓ, ਇਹ ਚਰਨਾਮ੍ਰਿਤ ਹੈ। ਕਿੱਥੇ ਬਿਰਤੀ ਖੜੀ ਦੱਸ। ਬਾਣੀ ਨੇ ਕੀ ਸਮਝਾਇਆ, ਕੀ ਸਿਖਾਇਆ। ਆ ਜਿਹੜਾ ਜਰਾਬਾਂ ਵਾਲਾ, ਜੁੱਤੀਆਂ ਵਾਲਾ ਸਾਡਾ ਪਾਣੀ, ਉਹ ਥੋੜਾ ਪੀਣ ਨੂੰ ਕਿਹਾ ਸੀ, ਇਹ ਥੋੜਾ ਸਿਖਾਇਆ ਸੀ ਮਹਾਰਾਜ ਨੇ। ਇਹ ਤੇ ਪੈਰਾਂ ਨੂੰ ਸਵੱਛ ਕਰਨ ਵਾਸਤੇ ਸੀ ਵੀ ਤੇਰੇ ਪੈਰਾਂ ਦੀ ਮੈਲ ਲੱਥ ਜਾਏ। ਉਹ ਕੱਲੀ ਮੈਲ ਪੀ ਕੇ ਤੇਰਾ ਮਨ ਪਵਿੱਤਰ ਨਹੀਂ ਹੋਣਾ। ਮਨ ਦੀ ਮੈਲ ਲਾ ਕੇ ਵੇਖ ਕਰ ਤਾਂ ਮਨ ਦੀ ਆਖੋ ਸਦ ਨਾਮ ਨਹੀਂ ਕੀਤਾ। ਬੋਤਲਾਂ ਭਰੀ ਫਿਰਦੇ ਲੋਕੀ, ਚਰਨ ਧੂੜਾ ਨਹੀਂ। ਤੇਰੇ ਅੰਦਰ ਆਕੜ ਹੈ, ਤੇਰੇ ਅੰਦਰ ਹੰਕਾਰ ਹੈ, ਨਿਮਰਤਾ ਦਾ ਕਿਣਕਾ ਕੋਈ ਨਹੀਂ। ਜਿੰਨੀਆਂ ਮਰਜ਼ੀ ਚਰਨ ਧੂੜਾ ਲਈ ਚਲੋ, ਤੂੰ ਤੇ ਧੂੜਾ ਪੱਟਦਾ ਫਿਰਦਾ। ਕਿਹੜੀ ਧੂੜਾ ਤੇ? ਇਹ ਸੂਖਸ਼ਮ ਚੀਜ਼ਾਂ ਸੀ। ਬਾਣੀ ਵਿੱਚ ਚਰਨਾਮ੍ਰਿਤ ਸ਼ਬਦ ਬੜੀ ਵਾਰ ਹੁੰਦਾ ਹੈ।
चरण धूड़ शब्द बड़ी बार आउंदा है, वो बाहरी नहीं है, सूक्ष्म है, अंतरीव है। सतगुर कहते गुरु दे चरणां दी धूड़ी अपने जीवन विच लै ला, वो की है? निमरता, हलीमी, प्रेम। ते वो सब कुछ सी गुरु अंगद दे पातशाह विच। सिखां च बह के सुणदे आ। कोई अज दा अपने आप नूं खब्बी खान कहाउण वाला बहिंदा अपनी संगत विच, बहिंदा अपणिआं दे बराबर नहीं, कहंदा वख लैके आओ सारा कुछ, क्योंकि मैं खास हां। जे मैं आम लोगों च बह गया फिर मैं खास नहीं रहना। पर गुरु अंगद देव महाराज भाई बाला जी की रसना तो जो सुनते हैं ना महाराज, नेत्र भर के भाई बाले नूं वेखी जाते हैं। हुण भाई बाला नहीं किसी वाल वेखदा, अखां बंद हन, प्रेम विच भिज के बोलदे आ। गुरु अंगद देव महाराज वेख वेख सोहणे जे मुखड़े नूं बलिहार जांदे ने। सो पई कर तूं भी कट कीन कपीना, ताने ऊपर कमरी सितलीना। इत्थे हुण कवि दस रहे आ गुरु अंगद देव पातशाह जिस मुखड़े नूं वेख रहे ने वो किहो जिहा भाई बाला किहो जिहा? कहंदे कर तूं भी हत्थ दे विच एक तांबे दा गड़बा सी उहनां भाई बाला जी लागे उत्ते लोई वांग एक कपड़ा लपेटिया होया, जिवें पुराने जमाने च पांदे सी। लंबा जिहा चोला पाया, अगे खद्दर दे कुर्ते पजामे हुंदे सी, ना ते चोला हुंदा सी, उहनूं खपड़ी कहंदे सी। सिर उत्ते उच्ची लंबी दस्तार बन्नी है, कहंदे ओ दस्तार दी शेप कवि दसदे इदां ही जिवें टोपी पाई हुंदी है। दस्तार लपेटे मार मार के कहते बहुत ऊंची तक ओ ना दस्तार सजाई है। ऊंची कुले शीस पर तारी, शमस सवीत दीर्घ एक सारी। सिर दे केस बिल्कुल चिट्टे ते सफेद ने, बड़ा जूड़ा है भाई बाला जी दे सीस होते, कहते जूड़े दे आसे पासे उन्हां दस्तार सजाई है, बिल्कुल फिक्की जी, ना तो चिट्टा रंग है ना क्रीम रंग है, वो खद्दर दा रंग है, सिर ते बन्निया ते मुख उत्ते कहते चिट्टा दाड़ा, गोटियां तक लंबा, चिट्टे मुशहरे मुछां, गोरा रंग। भाई बाला जी चिट्टी लोई दी बुकल बार, चिट्टी तो भाव पता की है? कदे खद्दर दा रंग वेखिया जिहड़ा असली हुंदा, जिद्दां मूंह कत्ती जांदी है ना, उस तो बाद जिहड़ा रियल रंग हुंदा है ओहदा असली, ਉਹਨੂੰ ਚਿੱਟਾ ਕਿਹਾ ਜਾਂਦਾ ਹੈ। ਸਫੇਦ ਵੀ ਕਹਿ ਲਓ, ਕਰੀਮ ਕਹਿ ਲਓ, ਅੱਜ ਦੇ ਸਮੇਂ ਆਫ ਵਾਈਟ ਮੰਨ ਲਓ। ਭਾਈ ਬਾਲਾ ਜੀ ਜਿਨ੍ਹਾਂ ਦਾ ਕਿਤੇ ਮੁਖ ਤੇ ਸੋਹਣਾ ਦਾੜਾ, ਸੋਹਣੀਆਂ ਮੁੱਛਾਂ, ਸੋਹਣੀ ਦਸਤਾਰ ਸੀਸ ਉੱਤੇ ਸਜਾਈ ਹੈ, ਹੱਥ ਦੇ ਵਿੱਚ ਸਿਮਰਨਾ ਪਾਇਆ ਹੈ, ਸਾਹਮਣੇ ਗੜਬਾ ਪਿਆ ਹੈ, ਲੋਈ ਦੀ ਬੁੱਕਲ ਮਾਰੀ ਹੈ। ਔਰ ਮੈਂ ਕਰ ਗੁਰ ਨਾਨਕ ਧਿਆਨਾ, ਬੰਦੇ ਪਦ ਅਰਬਿੰਦ ਬਿਦਾਨਾ। ਕਹਿੰਦੇ ਆਪ ਦੇ ਕੱਪੜੇ ਤੇ ਬੈਠੇ ਨੇ, ਚੌਂਕੜਾ ਲੱਗਿਆ ਹੋਇਆ ਹੈ, ਪਿੱਠ ਸਿੱਧੀ ਕਰਕੇ ਬੈਠੇ, ਬਿਲਕੁਲ ਸਿੱਧੇ ਸਵਸਥ ਹੋ ਗਏ, ਪਰ ਅੱਖਾਂ ਬੰਦ ਨੇ, ਨੇਤਰ ਬੰਦ ਹਨ। ਕਹਿੰਦੇ ਨੇਤਰ ਬਹੁਤ ਵੱਡੇ ਸੀ ਭਾਈ ਬਾਲਾ ਜੀ ਦੇ। ਚਿਹਰਾ ਮੋਹਰਾ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਹੈ, ਕਿਉਂਕਿ ਦਾੜਾ ਸੀ। ਗੁਰੂ ਅੰਗਦ ਦੇਵ ਮਹਾਰਾਜ ਜੋ ਸੂਰਤ ਨੂੰ ਵੇਖ, ਉਸ ਰੂਪ ਨੂੰ ਵੇਖਦੇ ਆ, ਜਿਨ੍ਹਾਂ ਦੀਆਂ ਅੱਖਾਂ ਬਿਲਕੁਲ ਏਦਾਂ ਬੰਦ ਨੇ ਜਿਵੇਂ ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲਏ। ਦੀਨ ਦੁਨੀਆ ਦੀ ਕੋਈ ਸੋਝੀ ਨਹੀਂ। ਬਾਲਾ ਵਰਣਨ ਕਰਨ ਲੱਗਾ ਬਰ, ਸਸਮੁਖ ਤੇ ਇਤਿਹਾਸ ਸੁਦਾਸਰ। ਕਹਿੰਦੇ ਭਾਈ ਬਾਲਾ ਆਪਣੀ ਰਸਨਾ ਤੋਂ ਬੋਲਦੇ, ਗੁਰੂ ਅੰਗਦ ਦੇ ਪਾਤਸ਼ਾਹ ਉਹਨਾਂ ਦੇ ਹੋਠਾਂ ਨੂੰ ਵੇਖ ਰਹੇ ਆ, ਰਸਨਾ ਤੋਂ ਨਿਕਲੇ ਬੋਲ ਏਦਾਂ ਨੇ, ਅਮਿਓ ਚੱਲਿਆ ਝਰਨੇ। ਕਹਿੰਦੇ ਅੰਮ੍ਰਿਤ ਦੇ ਝਰਨੇ ਚੱਲਦੇ ਹੋਣ, ਕੰਨ ਡੂਨੇ ਬਣਾ ਕੇ ਸਤਿਗੁਰੂ ਉਸ ਅੰਮ੍ਰਿਤ ਨੂੰ ਚੱਖ ਰਹੇ ਨੇ। ਬਸ ਵੇਖੀ ਜਾਂਦੇ ਭਾਈ ਬਾਲਾ ਜੀ, ਜੋ ਪਿਆਰ ਵਿੱਚ ਭਿੱਜ ਕੇ ਗੁਰੂ ਨਾਨਕ ਸਾਹਿਬ ਦੇ ਜਿਸ ਕਥਾ ਨੂੰ ਸੁਣਾਉਣ ਲੱਗੇ, ਕਹਿੰਦੇ ਸੁਣਦੇ ਸੁਣਦੇ ਅੱਖਾਂ ਸੇਜਲ ਹੋਣ ਲੱਗ ਗਈਆਂ, ਕਿਉਂਕਿ ਭਾਈ ਬਾਲਾ ਉਸ ਸਮੇਂ ਵਿੱਚ ਜਾ ਕੇ ਕਥਾ ਸੁਣਾ ਰਹੇ ਨੇ। ਸਮੇਂ 'ਚ ਜਾਣਾ ਕੀ ਹੈ, ਸੌਖਾ ਜਿਹਾ ਸਮਝੀਏ ਤੇ ਸਮਝ ਆਊਗੀ। ਤੁਸੀਂ ਜਦ ਬੱਚੇ ਸੀ, ਬਚਪਨ ਨਹੀਂ ਯਾਦ ਹੁੰਦੇ ਨਾ, ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਬਚਪਨ ਦੀ ਤਸਵੀਰ ਵਿਖਾਈ, ਜਦ ਤੁਸੀਂ ਉਸ ਫੋਟੋ ਨੂੰ ਵੇਖਿਆ, ਉਸ ਤਸਵੀਰ ਨੂੰ ਵੇਖਿਆ, ਸੁਰਤ ਕਰਕੇ ਤੁਸੀਂ ਉਸ ਸਮੇਂ ਵਿੱਚ ਚਲੇ ਗਏ, ਟਾਈਮ ਬਾਉਂਡ ਹੋ ਗਏ, ਜਿੱਥੇ ਉਹ ਤਸਵੀਰ ਖਿੱਚੀ ਗਈ, ਕੌਣ-ਕੌਣ ਸੀ ਫੋਟੋਆਂ ਖਿੱਚਣ ਵੇਲੇ, ਜਦ ਇਹ ਤਸਵੀਰ ਖਿੱਚੀ ਸੀ, ਕੀ ਖਾਧਾ ਸੀ, ਕਿਹਨੇ ਕੀ ਬੋਲਿਆ ਸੀ,
एक बजुर्ग भी अपने बचपन में चलिया जाता समय करके, उन्होंने कहते टाइम ट्रैवल, समय च जाना। ते भाई बाला जो कथा सुनाते उस समय में चले जाते हैं। असल में कथा का आनंद आता ही उदों है जब सुनाने वाला सुरत करके उस समय में होवे, शरीर की सोची ना हो। भाई बाला जी कहते सुरत करके गुरु नानक साहब नाल विचरदे आ, उस समय चले जाते हैं। जब उस समय में जाके सुनाते हैं कहते आवाज की गति धीमी हो जाती है, बोल बड़े मिठे हो जाते हैं, पता नहीं है दिन है या रात है, वक्त विच खो जाते ने। कल जुग पाई अकाल पर जोर, प्रगट पई अगे ओग पर घोर। ते हुण भाई पैड़ा मुखा लिख रहा है, गुरु अंगद देव पातशाह ने जो सुनिया, सुनते 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 जिवें आपां लाइट वाल वेखी जाइए अखां बंद होण लग जांदियां ने, टीवी अखां सामने चलदा है, सह सुभा कल्ले बैठे, जिते कोई नाल बैठा फिर नहीं, कल्ले बैठे आ, उदों साडा ब्रेन सेंस करदा है मैं कल्ला हां, सामने चमक पै रही है, उस चमक का असर जो दिमाग ते हुंदा ते अखां बंद होणियां शुरू हो जांदियां, हाथ च रिमोट होता ते बंदा सुता पिया हुंदा है। बड़े लोकां दा हुंदा है, टीवी लाया घराड़े वजदे आ। गुरु अंगद देव पातशाह भाई बाला जी नूं वेख रहे ने, वेखदे अखां बंद होणियां शुरू हो गईयां, नेत्र बंद हो रहे हैं। क्यों? क्योंकि वो ध्यान आवाज नाल घुम रहे हैं, सुरत आवाज नाल चली जाती है। आवाज बड़ी बड़ी चीज है। मर्द ने लिखा ना ब्रह्मंड किवें बने, कीता पसाओ एको गवाओ, तिसते होए लख दरियाओ। एक रब दी आवाज तो पूरा ब्रह्मंड सृष्टि बनी। आवाज कि जो तुसी आवाज नाल अपनी सुरत लै जाओगे तो फिर मुड़ के आना बड़ा औखा हो जाता, बड़ी दूर चली जाती है। कई बार कोई गाना सुनते हैं, गीत सुनते हैं, गलबात सुनते हैं, सुनते सुनते असीं खो जाते हैं, बंदा अखां जिहां भर आउंदा है भी यार मेरे नाल भी इदां होया सी, दुखी जाण लग जाता है, कई बार खुश होण लग जाता है। आवाज दे नाल सुरत नूं लै जाना। गुरु अंगद देव पातशाह जी दे नेत्र बंद हुंदे 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 हो गए। भाई बाला जी की आवाज उच्ची सुननी शुरू हो गई। जिदण तुसी कथा कीर्तन सुनते सुरत करके जाओगे, जब तुहाडीआं अखां क्लोज हो जाणगीआं ते वो आवाज तुहानूं 20% ज्यादा सुनेगी ते वो आवाज तुहानूं रूह तक ले जाएगी, टुंबेगी अंदरों, दिल नूं टुंबेगी ते फिर अखां च हंझू आउणगे, क्योंकि सुरत तुहाडी ट्रैवल करदी है। गुरु अंगद देव महाराज कहते सुरत करके भाई बाला जी नाल तुर पए। भाई बाला जी का पहला वचन की सी, कहते कलयुग दा भयानक समा, बाणी लिख दी, कल वल होई वेदनी अरदास करे लिव लाए। भाई गुरदास कहते अरदासां हो रही सी, धरती ते एडा पाप इन्ने जोरां दा सी, गुरु नानक साहब महाराज नूं क्यों आउणा पिया? भाई बाला वो दस रहे आ, कोई तो रीजन होना। इन्ने देवी देवते जग ते आले 33 करोड़ रहंदे आ, मनदे आ, सुणदे आ। हुण कल्ला कल्ला गिणन बह जाओ जी, फिर 33 करोड़ किन्ने सालां च पूरे होणगे? ये ते एक पासे आ। फिर किन्ने नबी आए, किन्ने आए, किन्ने पैगंबर आ के गिणती है कोई? कोई गिणती नहीं है। इन्नियां दे हुंदियां गुरु नानक साहब नूं की लोड़ पै गई आउण दी? भाई बाला जी उस कथा का गुरु साहब दे आउण दा, अवतार होण दा रीजन दस रहे आ। कहते सतगुरु गुरु अंगद देव पातशाह घोर कलयुग दा वरतारा है, अज भी उही वरत रहा है, अज भी वरत रहा है। ये अलग गल आ भी सानू फील नहीं होता, क्योंकि असीं भी कलयुगी हो गए। हुण मेरे वर्गा जिहड़ा 8 बजे उठदा जी, उहदे सामने कोई 10 बजे उठे उहनूं की फर्क पैंदा? कहंदा लै मौजां करो। जिहदी अपनी जेहो जी नज़र आ उहनूं ओहो जी लगणी सारी। हुण मान लो संगत विच आके कोई इहो जिहा बंदा बैठा है जिहड़ा है ही अपने जीवन करके माड़ा, ਉਹਨੂੰ ਜਿਹੜਾ भी बैठा दिसू ने ਉਹਦੇ बारे सोचना ਲੱਗ, ਇਹ ਵੀ ਇਹੋ ਜਿਹਾ ਹੋਣਾ, ਆ ਵੀ ਇਹੋ ਜਿਹਾ ਹੋਣਾ, ਆ ਵੀ ਆ ਕਰਦਾ ਹੋਣਾ। ਪਰ ਇੱਕ ਭਗਤੀ ਵਾਲਾ ਨਾ, ਕੋਈ ਮੇਰੇ ਵਰਗਾ ਪਿੱਛੇ ਬੈਠਾ ਗਾਲਾਂ ਕੱਢੀ ਜਾਵੇ, ਜ਼ਬਾਨ ਲਾਈ ਜਾਵੇ, ਉਹਨੂੰ ਲੱਗਦਾ ਬਈ ਨਾਮ ਜਪਦਾ ਬੜਾ। ਬੜੇ ਲੋਕ ਹੁੰਦੇ ਆ ਬੁੜ ਬੁੜ ਕਰੀ ਜਾਂਦੇ ਆ, ਤੇ ਭਗਤੀ ਵਾਲੇ ਕਹਿੰਦੇ ਨਾ ਬਾਈ ਇਹਨੂੰ ਨਾ ਛੱਡ, ਬੰਦਗੀ ਕਰਦਾ ਇਹ ਤੇ ਬੁੱਲ ਫਰਕ ਦੇ ਆ, ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਹੁਣ ਜੇ ਕੋਈ ਹੈ ਆਪ ਬੁੜ ਬੁੜ ਕਰਨ ਵਾਲਾ, ਉਹਦੇ ਸਾਹਮਣੇ ਤੁਸੀਂ ਵਾਹਿਗੁਰੂ ਵੀ ਕਰੋਗੇ, ਕਹਿੰਦਾ ਓਏ ਕੀ ਬੁੜ ਬੁੜ ਲਾਈਏ। ਸੁਣਦੇ ਹੋ ਨਾ ਬੜੇ ਲੋਕਾਂ, ਨਾਸਤਕ ਬੰਦੇ ਦੇ ਸਾਹਮਣੇ ਨਾਮ ਜਪਣਾ ਸ਼ੁਰੂ ਕਰ ਦਿਓ, ਕਹਿੰਦਾ ਬੁੜ ਬੁੜ ਕਰੀ ਜਾਂਦਾ ਹੈ।
ਜਿਹੋ ਦੀ ਸੁਰਤ ਹੋਏਗੀ ਉਹੋ ਜਿਹੇ ਖਿਆਲਾਤ ਹੋਣਗੇ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਇਹੋ ਜਿਹੇ ਖਿਆਲ ਜੱਗ ਦੇ ਬਣ ਗਏ। ਕਲਯੁਗ ਇੰਨਾ ਪ੍ਰਕੋਪ ਤੇ ਆਇਆ, ਆ ਉਹੀ ਕਲਯੁਗ ਚੱਲ ਰਿਹਾ, ਹਾਲਾਤ ਉਹੀ ਚੱਲ ਰਹੇ। ਅਜੇ ਤੇ ਬਹੁਤ ਮਾੜੇ ਹੋਣੇ ਆ। ਦਸਮ ਦੀ ਬਾਣੀ ਪੜ੍ਹ ਕੇ ਵੇਖੋ, ਇੱਥੇ ਤੁਹਾਨੂੰ ਲੱਭਣਾ ਨਹੀਂ ਧਰਮ ਧਰਮ ਕੋਈ, ਇੰਨੇ ਮਾੜੇ ਹਾਲ ਹੋਣਗੇ। ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਲੱਭਿਆ ਗੁਰੂ ਨਾਮ ਜਪਣ ਵਾਲਾ, ਬਾਕੀ ਸਾਰੇ ਧਰਮ ਦੇ ਨਾਂ ਤੇ ਪਖੰਡ ਕਰਨ ਵਾਲੇ ਮਿਲਣ। ਅਜੇ ਤਾਂ ਸ਼ੁਰੂ ਵੀ ਨਹੀਂ ਹੋਇਆ ਤਾਂ ਅਸੀਂ ਐਵੇਂ ਡੋਲੀ ਫਿਰਦੇ, ਆਹ ਹੋ ਗਿਆ ਜੀ, ਆਹ ਹੋ ਗਿਆ ਜੀ, ਸਿੱਖੀ ਗਵਾਚ ਗਈ, ਪੁਰਾਣਾ ਕੁਛ ਨਹੀਂ ਹੋਇਆ। ਅਜੇ ਤੇ ਬਹੁਤ ਕੁਝ ਹੈ, ਅਜੇ ਤੇ ਸੋਕਾ ਬੜਾ ਪੈਣਾ। ਫੇਰ ਕਿਤੇ ਹੋਣਾ 92 ਕਰੋੜ ਖਾਲਸਾ, ਵਕਤ ਲੱਗੂਗਾ। ਫਿਰ ਕਲਕੀ ਅਵਤਾਰ ਨੇ ਇਸ ਧਰਤੀ ਤੇ ਆਉਣਾ। ਮਰਦ ਨੇ ਉਹਦੇ ਬਾਰੇ ਵੀ ਲਿਖਿਆ ਦਸਮ ਦੀ ਬਾਣੀ ਚ, ਕਿਵੇਂ ਆਊ, ਕੀ ਕਰੂਗਾ। ਕਹਿੰਦੇ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਸ੍ਰਿਸ਼ਟੀ ਤੇ ਸਰੀਰ ਕਰਕੇ ਨਹੀਂ ਆਏ, ਪਰ ਹੈ ਨੇ। ਰੱਬ ਮਰਦਾ ਕਦੇ, ਉਹ ਜੰਮਦਾ ਕਦੇ। ਬਾਣੀ ਕਹਿੰਦੀ ਆਪ ਨਾਰਾਇਣ ਕਲਾਧਾਰ। ਕਲਾ ਕੀ ਹੈ? ਖੇਡ। ਕਹਿੰਦੇ ਉਹ ਨਾਰਾਇਣ ਪਰਮੇਸ਼ਰ ਨੇ ਆਪ ਖੇਡ ਵਰਤਾਈ ਹੈ। ਜਗ ਮੈਂ ਪਰਵਰੇ ਹੋਇਆ, ਜੰਮੇ ਥੋੜੀ ਆ ਉਹ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਥੋੜੀ ਹੋਇਆ, ਅਵਤਾਰ ਹੋਇਆ। ਅਵਤਾਰ ਤੇ ਜੰਮਣ ਵਿੱਚ ਫਰਕ ਹੈ। ਜੋਤੀ ਜੋਤ ਅਤੇ ਮਰਨ ਵਿੱਚ ਫਰਕ ਹੈ। ਇਹ ਹੁਣ ਆਪਣੀ ਆਪਣੀ ਸੋਚ ਹੈ, ਆਪਣੀ ਆਪਣੀ ਬਿਰਤੀ ਹੈ। ਗੁਰੂ ਅੰਗਦ ਦੇਵ ਮਹਾਰਾਜ ਸੁਣ ਰਹੇ ਸੀ, ਕਹਿੰਦੇ ਮਹਾਰਾਜ ਕਲਯੁਗ ਇੰਨੇ ਪ੍ਰਕੋਪ ਤੇ ਆ ਗਿਆ, ਧਰਮ ਦਿਸਦਾ ਹੀ ਨਹੀਂ। ਉੱਥੇ ਕਿਹਾ ਭਾਈ ਗੁਰਦਾਸ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਕਹਿੰਦੇ ਝੂਠ ਦੀ ਮੱਸਿਆ ਕਾਲੀ ਬੋਲੀ ਰਾਤ, ਸੱਚ ਦਾ ਚਾਨਣ ਦਿਸਦਾ ਹੀ ਨਹੀਂ। ਦੱਸੋ ਤੁਹਾਨੂੰ ਅੱਜ ਕੋਈ ਸੱਚਾ ਬੰਦਾ ਲੱਭਦਾ ਜੀ ਕਿਤੇ? ਤੇ ਸਾਰਿਆਂ ਦੀ ਗੱਲਾਂ ਛੱਡੋ, ਆਪਣੇ ਧਰਮ ਤੇ ਦੱਸ ਦਿਓ ਤੁਹਾਨੂੰ ਕੋਈ ਇਹੋ ਜਿਹਾ ਲੀਡਰ ਲੱਭਦਾ ਹੈ ਜਿਹਦੇ ਇਤਬਾਰ ਕੀਤਾ ਜਾਏ? ਜਿਹਨੂੰ ਮੌਕਾ ਦੇ ਕੇ ਦੇਖੋ ਉਹੀ ਧਰਨਾ ਵਿੱਚ ਜਾਂਦਾ। ਸਤਿਨਾਮ, ਮੌਕਾ ਚਾਹੀਦਾ ਹੈ। ਜਿਹਨੂੰ ਮਰਜ਼ੀ ਵੇਖ ਲਓ, ਸਾਧਾਂ ਦੇ ਰੂਪ ਚ ਲੁਟੇਰੇ ਵਾਲੇ ਕੌੜੇ ਬੋਲਦੇ। ਜਦੋਂ ਕਹਿੰਦੇ ਕਲਯੁਗ ਪੂਰੇ ਪ੍ਰਕੋਪ ਤੇ ਹੋਇਆ, ਪ੍ਰਬਲ ਹੋਇਆ, ਪੂਰੇ ਜੋਰ ਤੇ ਆਇਆ ਏ। ਆਦ ਦੁਕਾਲ ਹੋਤ ਉਤਪਤ। ਕਹਿੰਦੇ ਆਦ ਦੁਕਾਲ ਹੋਤ ਉਤਪਾਤਾ। ਉਤਪਾਤ ਨਾਮ ਝਗੜੇ ਦਾ ਹੈ। ਕਹਿੰਦੇ ਸਵੇਰ ਸ਼ਾਮ ਦੋ ਹੀ ਵਕਤ ਹੁੰਦੇ ਬੰਦੇ ਕੋਲ। ਆਮ ਵੀ ਆਪਾਂ ਕਹਿ ਦਿੰਦੇ ਆ, ਉਹ ਸ਼ੁਭ ਸ਼ੁਭ ਬੋਲਿਆ ਕਰ, ਸਵੇਰ ਸ਼ਾਮ ਥੋੜਾ ਧਿਆਨ ਰੱਖਿਆ ਕਰ। ਦਿਨੇ ਬਥੇਰਾ ਬੋਲ ਲੈਣਾ, ਸਵੇਰੇ ਸਵੇਰੇ ਨਾਮ ਜਪ ਲਿਆ ਕਰ ਦੋ। ਕਹਿੰਦੇ ਸਵੇਰ ਸ਼ਾਮ ਉਤਪਾਤ ਹੋਣ ਲੱਗ ਪਈ। ਉਤਪਾਤ ਨਾਮ ਝਗੜੇ ਦਾ। ਕਹਿੰਦੇ ਘਰ ਘਰ ਝਗੜਾ, ਘਰ ਘਰ ਲੜਾਈ। ਕੀ ਅੱਜ ਨਹੀਂ ਹੈ? ਵਕਤ ਦੁਹਰਾਇਆ ਜਾ ਰਿਹਾ। ਉਹ ਕਿਹੜਾ ਘਰ ਹੈ? ਕੋਈ ਦੱਸੇ ਤਾਂ ਸਹੀ ਵੀ ਸਾਡੇ ਘਰ ਲੜਾਈ ਨਹੀਂ ਹੁੰਦੀ। ਮਹਾਰਾਜ ਦੀ ਰੁਜਵੇਂ ਕਹੇ ਦੇ ਸੀ ਕੋਈ, ਹਰ ਘਰ ਚ ਕਲੇਸ਼ ਹੈ, ਹਰ ਘਰ ਚ ਲੜਾਈ ਹੈ। ਕੋਈ ਦੱਸ ਦਿੰਦਾ ਏ, ਕੋਈ ਪਰਦਾ ਪਾ ਕੇ ਪੌਲਿਸ਼ ਮਾਰ ਜਾਂਦਾ ਹੈ। ਕਿਉਂਕਿ ਕਲਯੁਗ ਕਿਹਨੂੰ ਕਹੇਗਾ? ਸਿਰਫ ਇੱਕ ਘਰ ਚ ਬੰਦਗੀ ਹੈ ਜਿੱਥੇ ਉੱਥੇ ਲੜਾਈ ਨਹੀਂ ਹੁੰਦੀ, ਉੱਥੇ ਕਲੇਸ਼ ਨਹੀਂ ਹੈ, ਉੱਥੇ ਰੱਬ ਆਪ ਵਰਤਦਾ ਹੈ। ਕਹਿੰਦੇ ਦੋ ਵੇਲੇ ਉਪਦਰਵ ਹੋਣ ਲੱਗ ਪਏ, ਕਲੇਸ਼ ਹੋਣ ਲੱਗ ਪਏ, ਧਰਤੀ ਤੇ ਪਾਪ ਹੁੰਦੇ ਨੇ। ਭਇਓ ਮਲੀਸ਼ ਰਾਜ ਵਿਖਿਆਤ। ਜਿੰਨਾ ਵੀ ਰਾਜ ਭਾਗ ਸੀ ਕਹਿੰਦੇ ਮਲੇਸ਼ਾਂ ਦੇ ਹੱਥ ਲੱਗ ਗਿਆ। ਮਲੇਸ਼ ਬੰਦਾ ਨਹੀਂ ਹੁੰਦਾ, ਮਲੇਸ਼ ਬਿਰਤੀ ਹੁੰਦੀ ਹੈ। ਖਾਲਸੇ ਵਿੱਚ ਵੀ ਇੱਕ ਖਾਲਸਾ ਪੂਰਨ ਹੈ, ਇੱਕ ਮਲੇਸ਼ ਹੈ। ਮਲੇਸ਼ ਕੌਣ ਹੈ? ਪਰਾਈ ਮੈਲ ਖਾਣ ਵਾਲਾ, ਪਰਾਈ ਤੇ ਆਸਾ ਰੱਖਣ ਵਾਲਾ, ਦੂਜਿਆਂ ਤੋਂ ਖੋਹ ਕੇ ਖਾਣ ਵਾਲਾ ਮਲੇਸ਼ ਬਿਰਤੀ। ਇੱਕ ਪਵਿੱਤਰ ਹੈ, ਉਹ ਆਪਣੀ ਕਿਰਤ ਵੀ ਕਰਦਾ ਹੈ, ਕਿਰਤ ਵਿੱਚੋਂ ਵੀ 10ਵਾਂ ਹਿੱਸਾ ਦਸਵੰਧ ਦਾ ਕੱਢ ਰਿਹਾ। ਇਹ ਪਵਿੱਤਰ ਹੈ ਜਾਂ ਉਹ ਪਵਿੱਤਰ ਹੈ ਜੋ ਦੂਜੇ ਦੇ ਦਸਵੰਧ ਤੇ ਇਸ਼ਮ ਕਰਦਾ ਹੈ, ਜ਼ਹਿਰ ਤੇ ਇਸ਼ਮ ਕਰਦਾ ਹੈ। ਕਹਿੰਦੇ ਉਦੋਂ ਮਲੇਸ਼ ਹੋ ਗਏ। ਮਲੇਸ਼ ਕਿਸੇ ਇੱਕ ਧਰਮ ਚ ਨਹੀਂ ਹੁੰਦੇ। ਮਲੇਸ਼ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਕਹਿੰਦੇ ਜਿੱਧਰ ਵੇਖੋ ਸਾਰੇ ਮਲੇਸ਼। ਮਲੇਸ਼ ਭਾਖਿਆ ਗਈ, ਝੂਠ ਬੋਲਣਾ, ਮਾੜਾ ਕਹਿਣਾ ਮਲੇਸ਼ਤਾ ਦੀ ਨਿਸ਼ਾਨੀ ਹੈ। ਕਿਸੇ ਦੇ ਗੁਣ ਨੂੰ ਗੁਣ ਨਹੀਂ ਮੰਨਣਾ, ਕਿਸੇ ਦੀ ਸ਼ੋਭਾ ਨੂੰ ਸ਼ੋਭਾ ਨਹੀਂ ਕਹਿਣਾ। ਕਹਿੰਦੇ ਐਸੇ ਮਲੇਸ਼ਾਂ ਦੀ ਗਿਣਤੀ ਇੰਨੀ ਹੋ ਗਈ, ਧਰਮ ਨੂੰ ਲੋਕ ਗਾਲਾਂ ਕੱਢਣ ਲੱਗ ਗਏ। ਅੱਜ ਫੇਰ ਉਹੀ ਦੌਰ ਚੱਲਦਾ। ਦੱਸੋ ਕਿਹੜਾ ਧਰਮ ਹੈ ਜਿਹੜਾ ਲੋਕਾਂ ਤੋਂ ਬਚਿਆ? ਜਿਹਨੂੰ ਕੋਈ ਮਾੜਾ ਨਹੀਂ ਕਹਿੰਦਾ। ਇੱਥੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਲੋਕਾਂ ਨੇ ਮਾੜਾ ਕਿਹਾ। ਉਹ ਆਪਣੀ ਬਾਣੀ 'ਚ ਲਿਖਦੇ ਆ, ਕੋਈ ਆਖੈ ਭੂਤਨਾ, ਕੋ ਕਹਿ ਬੇਤਾਲਾ। ਆਪਾਂ ਤਾਂ ਕਹਿੰਦੇ ਘੋਰ ਕਲਯੁਗ, ਸਾਨੂੰ ਕਦੇ ਕਿਸੇ ਨੇ ਭੂਤਨਾ ਕਿਹਾ? ਕਿਸੇ ਨੇ ਬੇਸੁਰਾ ਕਿਹਾ ਸਾਨੂੰ? ਰੱਬ ਨੂੰ ਕਹਿੰਦੇ ਕੋਈ ਆਖੇ ਆਦਮੀ ਨਾਨਕ ਭਵਨਾਨਾ,
कहते मैनू कोई कहता सी बेचारा झल्ला आदमी है, बेचारा फकीर है, कोई कहते बरोना ये पागल है, झल्ला है। आप बोल गुरु नानक साहब ने दुनिया की आखी ने जो आप परमेश्वर सी, कोई आपां किहड़े भाग दी मूली आखो सब नाम। इत्थे कोई मैनू कह दे तू वधिया नहीं है, माइंड कर जाइए। कोई आखे भाई तेरे च गुस्सा बड़ा है, तू क्रोधी बड़ा है, तू आकड़ बड़ी करदा है, इन्ने च बड़ भी कर जाते। पर गुरु नानक साहब महाराज नूं इस दुनिया ने भूतना कहा, भूतना कहा लोगे किसी कि भूता बेताला बेसुरा है। मैं कहना मेरे वर्गा सोना कोई नहीं बोलता, मेरे वर्गी आवाज किसी दिन बंदे नूं भरम हुंदा ना भी मेरी आवाज विच बड़ा रिदम है, मैं बड़ा मिठा गा सकदा, मेरे वर्गा कीर्तन नहीं कोई कर सकदा, मेरे जही बुझारत नहीं कोई बुझ सकदा, मेरे को सेंसिटिविटी बड़ी है, मैं इहो जिहियां गल्लां कर सकदा, लोकां नूं झल्ला बनाऊंगा। भरम हुंदा बंदे दे भरम। पर गुरु नानक साहब महाराज कहते मैनू ते लोग भूत कहते रहे भी आ तुसी कहते रब है, वो ते भूत है। वो सही नहीं करया, वो जानते सी दुनिया दी रग, कहते दुनिया दा की कसूर, इहदा ते यही दस्तूर आखो सतनाम। जिहदी आदत जिहड़ी होवे ओनू तुसी बदल नहीं सकदे, चुप कर जाओ, वेखी जाओ। कहते ऐसे हालात आ गए, दोने वेले कलेश शुरू हो गया हर पासे। धरती ते पाप अत्याचार ईमानदारी नाम की कोई चीज ही ना रही। भाई बाला जी सुना रहे हैं ऐसा प्रकोप, ठगियां ठोरियां का जमाना आ गया। पंथ मोहम्मद बढ़त अपार, कलमल में मतहीन विचार। कहते लोग मतहीने बेअकले हो गए ते मुहम्मद का पंथ बहुत बढ़ गया। भाव मुसलमान मुहम्मद उन्हां दी उम्मत इस्लाम का इन्ना बोलबाला हो गया। बाबर का राज सी, कहते इन्ना माड़ा हाल। बाबर तो पहला कौन सी? बहलोल लोधी, उहदा भी यही कुछ सी। गुरु साहब वेले जो मर जवानी में सी, उदों बाबर सी, उदों भी यही कुछ सी। कहते इन्ना माड़ा हाल हो गया, धरती ते पाप अत्याचार माड़े चंगे बोल, कोई बंदे नूं बंदा ही नहीं समझदा। कहते सारे लोग मूर्ख बन गए, सारे मूर्ख। मूर्ख तो भाव की है भी कोई पत वरतदा ही नहीं अपनी। धर्म दाम की चीज किसी को है ही नहीं। अज असी पढ़े लिखे मूर्ख हाँ। मरज बाणी विच कहंदे आ, पढ़िया मूर्ख आखी है जित लभ लोभ अहंकार। जे तेरे अंदर खाण की वृत्ति बहुती है, तेरे अंदर लोभ बड़ा, तेनू हंकार बड़ा है, जिन्ना मर्जी पढ़ ला, मर्ज कहंदे तू मूर्ख है। ये तो वड्डी डिग्री और की हो सकती है, पढ़िया मूर्ख। पढ़े का भाव ये नहीं भी पढ़ना नहीं चाहिए, पढ़ो जम जम के, पर मूर्खता ना करो, हंकार ना करो। कहते उस वेले हरेक बंदा मूर्ख, जिन्हों छेड़ो वो कहता मैं ही चंगा। लोगों में दौड़ लग गई खुद नूं चंगा कह के अपने पापां ते पर्दा पाउण दी। ये अज नहीं है जी। हर बंदा अपने औगणा ते पॉलिश मार के कहता मेरे वर्गा चंगा होएगी, ते तेरे वर्गा बल्ले 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 रब बचावे भी तू ते माड़ा ही बड़ा है। सच्ची साडा सारे दे ही जोर लगा है, साडी रेस है, ये लत खिंची है भी मैं चंगा बन के विखावां ते ओनू माड़ा कर। कहते उदों ये चीज़ां बड़े जोबन ते सन। मुगलों का राज है, शरह चलती है, कोई इंसाफ नहीं, कोई कानून नहीं। कहते हर बंदा अपनी गाफलता ही करता है। ओ गरीब को हटे कुशाली, कल की कल है कीन को डाली। कहते कलयुग दा इहो जिहा वरतारा होया, गऊ गरीब दी कोई बात नहीं पुछदा, जिथे कोई गरीब वेख्या करे फड़ के कुट दिया, लुट लिया। अज दसो गरीबां नूं किहड़े मैडल मिलदे? गरीब ते बेचारे विकास वकूस जो गए ने, आखो सब नाम इन्हां दे सिरां नहीं लगदा सारा कुछ। विकास कर दांगे 70 सालों में नहीं होगा। गरीब का किसी को फिक्र नहीं है, ये भलीख है। गरीब के सिर ते सब कुछ हुंदा है। कहते उदों भी गऊआं ते गरीबां दा अत्याचार किया जाता सी, शोषण किया जाता सी, अज भी हुंदा है। सच्ची दसियो वो किहड़ा गरीब आ जिहदी आपां मदद कीती है? सानू पता होवे ना बंदा गरीब है, इहदी बहुती पहुंच नहीं, वरतो इहनूं आपां वरतो जिन्ना वरतिया जा सकता है। इहदी तनख्वाह ना पूरी दो, इहदी मेहनत पूरी ना दो। हर बंदा कलयुग के वरतारे में शोषण करता है। छोटे कहते उदों गरीबां तो काम करवाना, लत्तां मार के कर देना,
जात पात का कोड बड़ा सी, कहते गऊआं रुलदियां फिरदियां ने अज भी गऊआं नूं मावां कहण वाले एसी लाई बैठे आ, मूत पी जांदे आ, ते जिहड़ियां मावां ने ਉਹ ਰੂੜੀਆਂ ਤੇ ਜਾ ਕੇ ਵੇਖੋ ਗੰਦਗੀ ਖਾ ਰਹੀਆਂ। ਇਹ ਤੋਂ ਵੱਡਾ ਪਾਪ ਕੀ ਹੋ ਸਕਦਾ ਹੈ? ਜਿਸ ਗਊ ਨੂੰ ਦਰਵੇਸ਼ ਮੰਨਿਆ ਜਾਂਦਾ ਹੈ, ਜੇ ਉਹਨੂੰ ਮਾਂ ਨਹੀਂ ਕਹਿਣਾ, ਇਹਨੂੰ ਜਾਨਵਰ ਹੀ ਰਹਿਣ ਦਿਓ, ਕਮ ਸੇ ਕਮ ਘਾਹ ਖਾ ਕੇ ਤੇ ਵਿਚਾਰੀ ਗੁਜ਼ਾਰਾ ਕਰ ਲੇ। ਆਹ ਹਾਲਤ ਆ ਦੁਨੀਆ ਦੀ। ਇਹ ਕਲਯੁਗ ਦਾ ਵਰਤਾਰਾ ਉਹ ਫੇਰ ਵਰਤ ਰਿਹਾ ਜੋ ਉਸ ਵੇਲੇ ਵਰਤਿਆ। ਕਹਿੰਦੇ ਗਊਆਂ ਦੇ ਕਤਲੇਆਮ ਹੋਣੇ ਸ਼ੁਰੂ ਹੋ ਗਏ। ਅੱਜ ਨਹੀਂ ਹੁੰਦੇ? ਕਿੱਡੇ ਕਿੱਡੇ ਧਰਮ ਦੇ ਨਾਂ ਤੇ ਕਟਰ ਲੱਗੇ ਹੋਏ ਆ, ਗਾਵਾਂ ਵੱਢੀਆਂ ਜਾਂਦੀਆਂ ਨੇ। ਮੇਰੇ ਵਰਗਾ ਭੱਜ ਕੇ ਕਹਿੰਦਾ ਲੈਦਰ ਦੇ ਸ਼ੂਜ਼ ਪਾਉਣੇ ਆ, ਲੈਦਰ ਦਾ ਪਰਸ ਲੈਣਾ ਹੈ, ਭਾਈ ਸਾਹਿਬ ਉਹ ਪਰਸ ਲੈ ਕੇ ਆਇਓ ਜੀ ਜਿਹੜਾ ਗੁੱਚੀ ਦਾ ਹੋਵੇ, ਫਲਾਣਾ ਹੋਵੇ। ਪਰ ਕਿੱਥੇ ਲਿਖਾ ਰਹੇਗਾ? ਤੇਰੇ ਇਸ ਸ਼ਿੰਗਾਰ ਪਿੱਛੇ, ਤੇਰੇ ਲੱਗੇ ਹੋਏ ਪੈਸੇ ਪਿੱਛੇ ਕਿੰਨੀਆਂ ਗਾਵਾਂ ਨੂੰ ਕੋ ਕੇ ਜਿਉਂਦੀਆਂ ਵੱਢੀਆਂ ਹੋਣ। ਕਦੇ ਨੋਟ ਕਰਿਓ, ਗੁਰੂ ਕੇ ਸਿੱਖ ਬੰਦਗੀ ਵਾਲੇ ਨਾ ਤੇ ਲੈਦਰ ਦਾ ਪਰਸ ਰੱਖਦੇ ਆ, ਨਾ ਲੈਦਰ ਦੀ ਬੈਲਟ ਪਹਿਨਦੇ ਆ। ਕਿਉਂ? ਕਦੇ ਮਰਜ ਵੇਲੇ ਦੇ ਬਚਨ ਪੜੇ? ਉਹ ਕਹਿੰਦੇ ਨਹੀਂ, ਪਤਾ ਨਹੀਂ ਸਾਡੇ ਇਸ ਸ਼ਿੰਗਾਰ ਵਾਸਤੇ ਕਿੰਨਿਆਂ ਨੂੰ ਜਿਉਂਦੇ ਕਰਵਾਇਆ। ਮੈਂ ਉਹਨਾਂ ਪਾਪੀਆਂ ਦਾ ਹਿੱਸੇਦਾਰ ਤਾਂ ਨਾ ਬਣਾ ਜਿਨ੍ਹਾਂ ਨੇ ਗਾਵਾਂ ਮੱਝਾਂ ਨੂੰ ਵੱਢ ਵੱਢ ਕੇ ਵੇਚਿਆ, ਤੇ ਮੈਂ ਉਹਨਾਂ ਨੂੰ ਪੂੰਜੀਪਤੀਆਂ ਨੂੰ ਉਮੀਦ ਕਰ ਰਿਹਾ ਵੀ ਹੋਰ ਵੱਢੋ, ਹੋਰ ਖਰੀਦਾਂਗੇ। ਤੂੰ ਵੀ ਸੱਜਣਾ ਪਾਪ ਦਾ ਭਾਗੀਦਾਰ ਹੈ। ਕਹਿੰਦੇ ਉਹਨਾਂ ਸਮਿਆਂ 'ਚ ਗਾਵਾਂ ਨੂੰ ਵੱਢਿਆ ਜਾਂਦਾ ਸੀ ਸ਼ਰੇ ਬਾਜ਼ਾਰ। ਬਾਣੀ ਵਿੱਚ ਦਰਜ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈਰ। ਕਹਿੰਦੇ ਆਹ ਹਾਲਤ ਸੀ ਜਦੋਂ ਸ਼ਾਮ ਦਾ ਵੇਲਾ ਹੋਣਾ, ਗਊਆਂ ਦੇ ਕਤਲੇਆਮ ਕੀਤੇ ਜਾਣੇ, ਕਤਲ ਕੀਤੀਆਂ ਜਾਣੀਆਂ ਗਾਵਾਂ ਧਰਮ ਦੇ ਨਾਂ ਤੇ। ਹੁਣ ਗਰੀਬ ਨੂੰ ਕੌਣ ਪੁੱਛਦਾ ਸੀ? ਜਿਹਦੇ ਵੇਖਣਾ ਥੱਪੜ ਮਾਰੇ ਕੰਮ ਕਰਾ ਲਿਆ। ਅੱਜ ਵੀ ਜਾ ਕੇ ਵੇਖੋ ਪਿੰਡਾਂ ਵਿੱਚ ਗਰੀਬਾਂ ਦੇ ਕਿੱਦਾਂ ਸ਼ੋਸ਼ਣ ਹੁੰਦੇ, ਸ਼ਹਿਰਾਂ 'ਚ ਵੀ ਹੁੰਦੇ ਆ। ਕਹਿੰਦੇ ਉਸ ਵੇਲੇ ਇਹ ਐਡੀ ਮਾੜੀ ਹਾਲਤ ਸੀ। ਗਰੀਬ ਗਰੀਬ ਹੋਇਆ ਕਰੇ, ਅਮੀਰ ਅਮੀਰ ਹੋਇਆ ਕਰੇ। ਗਰੀਬ ਨੂੰ ਨੌਕਰ ਬਣਾ ਕੇ ਲੋਕ ਵਰਤਦੇ ਸੀ, ਪਰ ਕਿਸੇ ਗਰੀਬ ਦੀ ਕੋਈ ਪੁਕਾਰ ਨਹੀਂ ਸੀ ਸੁਣਦਾ। ਅੰਨਾ ਕਾਨੂੰਨ ਸੀ ਉਦੋਂ, ਕਿਸੇ ਨੇ ਨਹੀਂ ਸੁਣਿਆ। ਗਰੀਬ ਰੋਂਦੇ ਕਰ ਲਾਉਂਦੇ ਹਨ, ਨਿਰਪਤ ਭਏ ਮਤ ਮੰਦ ਮਲੀਨਾ, ਜਨ ਸ਼ੁਭ ਕਰਮ ਖੋਜ ਕਿਸ ਲੀਨਾ। ਕਹਿੰਦੇ ਜਿੰਨੇ ਰਾਜੇ ਸੀ ਸਾਰਿਆਂ ਦੀ ਮਤ ਮੈਲੀ ਹੋ ਗਈ। ਰਾਜਿਆਂ ਦਾ ਕੰਮ ਵੀ ਬਣ ਗਿਆ, ਕੰਮ ਬਣ ਗਿਆ ਦੁਨੀਆ ਲੁੱਟੋ, ਪਰਜਾ ਲੁੱਟੋ, ਦੁਬਾਰਾ ਆਉਣਾ ਨਹੀਂ ਆਉਣਾ, ਲੁੱਟ ਕੇ ਇਕੱਠੇ ਕਰ। ਕਹਿੰਦੇ ਮੈਲੀ ਮਤ ਵਾਲੇ ਹੋ ਗਏ ਰਾਜੇ। ਜਦ ਰਾਜਾ ਕਿਸੇ ਦੇਸ਼ ਦਾ ਲਾਲਚੀ ਹੋ ਜੇ ਤੇ ਦੇਸ਼ ਦੇਸ਼ ਨਹੀਂ ਰਹਿੰਦਾ। ਜਦ ਦੇਸ਼ ਦਾ ਹਾਕਮ ਚੋਰ ਹੋਵੇ, ਕਿਹੜੇ ਚੌਕੀਦਾਰ ਦੀਆਂ ਗੱਲਾਂ ਕਰਦੇ ਆਖੋ ਸਤਨਾਮ। ਚੌਕੀਦਾਰ ਹੀ ਤੇ ਚੋਰ ਹੈ, ਚੌਕੀਦਾਰ ਹੀ ਚੋਰ ਹੈ। ਉਹਨਾਂ ਸਮਿਆਂ 'ਚ ਇਹੀ ਕੁਝ ਸੀ। ਕਹਿੰਦੇ ਪਰਜਾ ਨੂੰ ਲੁੱਟਣਾ, ਪਰਜਾ ਨੂੰ ਕੁੱਟਣਾ, ਪਰਜਾ ਤੇ ਕਹਿਰ ਢਾਉਣੇ। ਲੋਕਾਂ ਦੀ ਕੋਈ ਨਾ ਸੁਣੇ ਪੁਕਾਰਾ, ਪੁਕਾਰ ਹੀ ਨਹੀਂ ਸੁਣਦਾ ਸੀ ਕੋਈ। ਜਦ ਗੁਰੂ ਅੰਗਦ ਦੇ ਪਾਤਸ਼ਾਹ ਨੇ ਬਚਨ ਸੁਣੇ, ਅੱਖਾਂ 'ਚੋਂ ਪਰਲ ਪਰਲ ਪਾਣੀ ਆ ਪਿਆ। ਕਿਉਂਕਿ ਸੁਰਤ ਕਰਕੇ ਭਾਈ ਬਾਲਾ ਜੀ ਉੱਥੇ ਲੈ ਕੇ ਕਹਿੰਦੇ ਇੰਨਾ ਕਹਿਰ ਇਸ ਧਰਤੀ ਤੇ ਹੁੰਦਾ ਸੀ, ਕੋਈ ਕਿਸੇ ਨੂੰ ਨਹੀਂ ਜਾਣਦਾ। ਇੱਕ ਗਰੀਬ ਬੰਦਾ ਕਿਹਦੇ ਕੋਲ ਜਾਊ? ਰਾਜੇ ਕੋਲ ਜਾਊ। ਰਾਜਾ ਕਹਿੰਦਾ ਡਾਂਗਾ ਮਾਰੂਗੇ, ਇੱਥੇ ਆਵੇ ਨਾ। ਹੁੰਦਾ ਤੇ ਅੱਜ ਵੀ ਹੈ। ਦੱਸੋ ਗਰੀਬ ਨੂੰ ਕਿੱਥੇ ਇਨਸਾਫ ਮਿਲਦਾ? ਕੌਣ ਕੀ ਕਰਦਾ? ਅਮੀਰ ਦਾ ਤੇ ਕੁੱਤਾ ਵੀ ਮਰ ਜੇ ਨਾ, ਲੋਕੀ ਅਫਸੋਸ ਕਰਨ ਜਾਂਦੇ ਆ। ਉਹ ਗਰੀਬ ਦਾ ਪਿਓ ਵੀ ਮਰ ਜੇ, ਲੋਕੀ ਕਹਿੰਦੇ ਠੱਗੀਆਂ ਮਾਰਦਾ ਸੀ, ਵੇਖਿਆ ਹੁਣ ਸਵਾਦ ਆ ਗਿਆ। ਇਹ ਦੁਨੀਆ ਹੈ। ਇੱਥੇ ਕੁੱਤਿਆਂ ਨੂੰ ਲੋਕ ਬ੍ਰੈਡਾਂ ਪਾਉਂਦੇ ਆ ਤੇ ਬੰਦੇ ਨੂੰ ਰੋਟੀ ਨਸੀਬ ਨਹੀਂ ਹੁੰਦੀ। ਇਹ ਕਲਯੁਗ ਦਾ ਘੋਰ ਨਿਆਂ ਏ, ਉਹਨੇ ਕਰਨਾ ਹੀ ਸੀ। ਇਹ ਵਿਖਾ ਰਿਹਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਤੋਂ ਪਹਿਲਾਂ ਲਿਖਦੇ ਆ, ਰਾਜੇ ਪਾਪ ਕਮਾਵਦੇ। ਰਾਜੇ ਪਾਪ ਕਰਨ ਵਾਸਤੇ ਨਹੀਂ ਹੁੰਦੇ, ਰਾਜੇ ਹੁੰਦੇ ਧਰਮ ਕਮਾਉਣ ਵਾਸਤੇ, ਪ੍ਰਜਾ ਨੂੰ ਸੁੱਖ ਦੇਣ ਵਾਸਤੇ। ਰਾਜ ਵੇਖਣਾ ਤੇ ਜਾ ਕੇ ਵੇਖੋ ਯੂਰਪ ਦਾ, ਇੰਗਲੈਂਡ ਦਾ, ਕੈਨੇਡਾ ਦਾ। ਕੀ ਉੱਥੋਂ ਦੀਆਂ ਸਰਕਾਰਾਂ ਕਰਪਟ ਨੇ? ਕੀ ਉੱਥੋਂ ਦੇ ਲੋਕ ਦੁਖੀ ਨੇ? ਸਾਡਾ ਪੰਜਾਬੀ ਇੱਕ ਵਾਰ ਭਾਜੇ ਪਰਿਵਾਰ ਸਮੇਤ ਮੁੜ ਕੇ ਆਉਣਾ ਨਹੀਂ ਪਸੰਦ ਕਰਦਾ। ਕਹਿੰਦਾ ਨਾ ਯਾਰ ਇੱਥੇ ਕੀ ਹੈ, ਉੱਥੇ ਮੌਜਾਂ ਨੇ। ਕਿਉਂ? ਉੱਥੇ ਕਾਨੂੰਨ ਦਾ ਰਾਜ ਹੈ, ਇਨਸਾਫ ਦਾ ਰਾਜ ਹੈ। ਉੱਥੇ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ। ਤੇ ਸਾਡੇ ਤੇ ਵਰਨ ਵੰਡ ਬੜੀ ਆ। ਆਹ ਜੱਟ ਹੈ, ਆਹ ਨਾਈ ਹੈ, ਆਹ ਚਮਾਰ ਹੈ, ਆਹ ਫਲਾਣਾ ਹੈ। ਸਾਨੂੰ ਤੇ ਆਹੀ ਕੁਝ ਧੱਕੀ ਫਿਰਦਾ ਆਖੋ ਸਤਨਾਮ। ਇਹ ਚੋਂ ਨਹੀਂ ਨਿਕਲ ਸਕਦੇ। ਤਰੱਕੀਆਂ ਕਿਹੜੀਆਂ ਕਰਨੀਆਂ ਸੀ? ਦੱਸੋ ਵਿਦੇਸ਼ਾਂ ਦੇ ਵਿੱਚ ਜਾਤ ਪਾਤ ਦਾ ਕੋਡ ਹੈ? ਹਾਂ, ਸਾਡੇ ਲੋਕਾਂ ਨੇ ਪਾਤਾ। ਜਿੱਥੇ ਜਾ ਕੇ ਬਹਿ ਗਏ ਤੇ ਨਹਿਰਾਂ ਦੇ ਟੂਣੇ ਕਰਦੇ ਫਿਰਦੇ ਕੈਨੇਡਾ ਦੇ। ਮੈਨੂੰ ਲੱਗਦਾ ਜੇ ਸਾਡੇ ਲੋਕਾਂ ਦੇ ਆਹੀ ਲੱਛਣ ਰਹੇ 20 ਸਾਲਾਂ ਬਾਅਦ ਕੈਨੇਡਾ ਨਹੀਂ ਹੋਣਾ।
ਉਹ ਵੀ ਮੈਨੂੰ ਲੱਗਦਾ ਕੁਬੜਾ ਸੁਹਾਣਾ ਹੋ ਜੂਗਾ ਸਤਨਾਮ 20 ਸਾਲਾਂ ਬਾਅਦ ਜੇ ਸਾਡੇ ਲੋਕਾਂ ਦਾ ਹਾਲ ਰਿਹਾ। ਪਰ ਉਸ ਵੇਲੇ ਕਹਿੰਦੇ ਇਸ ਧਰਤੀ ਦੇ ਏਡੇ ਮਾੜੇ ਦੌਰ ਆ ਗਏ, ਪਰਚਾ ਕਿਹਦੇ ਕੋਲ ਜਾਵੇ? ਕਹਿੰਦੇ ਜਾਂਦੇ ਆ ਕਤਲ ਕਰ ਦਿੰਦੇ ਆ। ਕੋਈ ਰਾਜਾ ਕਿਸੇ ਦੀ ਪੁਕਾਰ ਨਹੀਂ ਸੁਣਦਾ, ਮਾਇਆ ਇਕੱਠੀ ਕਰਨੀ, ਨਿਤ ਅਯਾਸ਼ੀ ਕਰਦੇ ਨੇ। ਮੰਤਰੀ ਲੋਲਪ ਵਿਸ਼ਵਗਾਮੀ, ਦੁਰਾਚਾਰ ਕਰਹੀ ਮਨ ਬਾਮੀ। ਕਹਿੰਦੇ ਇੰਨੇ ਦੁਰਾਚਾਰ ਮਾੜੇ ਕਰਮ ਹੋਣ ਲੱਗ ਪਏ, ਮੰਤਰੀ ਬਕਾਊ ਹੋ ਗਏ, ਵੇਸ਼ਵਾਗਾਮੀ, ਪਰਾਈਆਂ ਔਰਤਾਂ ਦੇ ਸੰਗ ਕਰਨ ਲੱਗ ਪਏ। ਫਿਰ ਇਨਸਾਫ ਕਿੱਥੇ ਗਿਆ? ਹੂਬਹੂ ਅੱਜ ਦੇ ਰਾਜ ਭਾਗ ਵਿੱਚ ਵੀ ਆਹੀ ਕੁਛ ਹੈ। ਪੈਸਾ, ਔਰਤ, ਦੌਲਤ, ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਅੱਜ ਰਾਜ ਭਾਗ ਅਯਾਸ਼ੀਆਂ ਦੇ ਅੱਡੇ ਨੇ, ਪਾਪ ਦੀਆਂ ਦੁਕਾਨਾਂ ਨੇ। ਉਹਨਾਂ ਸਮਿਆਂ 'ਚ ਵੀ ਕੁਝ ਹੋ ਗਿਆ ਜਦ ਕਿ ਰਾਜਿਆਂ ਨੂੰ ਭਗਵਾਨ ਮੰਨਿਆ ਜਾਂਦਾ ਸੀ। ਬਾਣੀ ਪੜ੍ਹ ਕੇ ਵੇਖੋ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਭਰੇ ਅਨੇਕ। ਕਹਿੰਦੇ ਰਾਜਾ ਜਨਕ ਰੱਬ ਰੂਪ ਸੀ। ਰਾਮਚੰਦਰ ਜੀ ਨੂੰ ਲੋਕੀ ਭਗਵਾਨ ਕਿਉਂ ਕਹਿੰਦੇ ਆ, ਕ੍ਰਿਸ਼ਨ ਜੀ ਨੂੰ ਭਗਵਾਨ ਕਿਉਂ ਕਹਿੰਦੇ? ਆਪਣੇ ਸਮੇਂ ਦੇ ਰਾਜੇ ਸੀ, ਇਨਸਾਫ ਪਸੰਦ ਰਾਜੇ। ਤੇ ਰਾਜਾ ਕੋਈ ਇਨਸਾਫ ਕਰੇ, ਲੋਕੀ ਰੱਬ ਮੰਨਦੇ ਆ, ਭਗਵਾਨ ਮੰਨਦੇ ਆ। ਤੇ ਜੇ ਰਾਜਾ ਹੀ ਚੋਰੀਆਂ ਤੇ ਆ ਜੇ ਫਿਰ ਕੀ ਮੰਨੋਗੇ? ਚਲੋ ਆਪਣੇ ਲੋਕ ਤੇ ਬਹੁਤੇ ਸਤਾਏ ਹੋਏ ਆ, ਇਹਨਾਂ ਨੂੰ ਸਾਰਾ ਕੁਝ ਪਤਾ ਹੈ, ਕਿਉਂਕਿ ਇਹ ਕਸੂਰ ਆਪਣਾ ਹੈ, ਕਿਸੇ ਦਾ ਕਸੂਰ ਨਹੀਂ। ਕਸੂਰ ਸਾਡਾ ਜਦੋਂ ਅਸੀਂ ਵਿਕ ਜਾਂਦੇ ਹਾਂ ਬੋਤਲਾਂ ਤੇ 500 2,000 ਦੇ ਨੋਟਾਂ ਦੇ ਲੈ ਆਪਣਾ ਫਿਊਚਰ ਬੱਚਿਆਂ ਦਾ ਖਰਾਬ ਕਰਦੇ ਆ। ਉਹਨਾਂ ਸਮਿਆਂ ਵਿੱਚ ਕਹਿੰਦੇ ਧੱਕਾ ਚੱਲਦਾ ਸੀ ਰਾਜਿਆਂ ਦਾ, ਮੰਤਰੀਆਂ ਕੋਲ ਜਾਓ ਸੁਣਦੇ ਨਹੀਂ ਕਿਸੇ ਦੀ। ਕਹਿੰਦੇ ਵੇਸ਼ਵਾਗਾਮੀ, ਲਾਲਚੀ, ਤਰਸ ਨਹੀਂ ਕਰਦੇ ਕਿਸੇ ਦੀ। ਜੇ ਕਿਸੇ ਨੇ ਕਤਲ ਕੀਤਾ 4 ਪੈਸੇ ਮੰਤਰੀ ਨੂੰ ਦੇਤੇ, ਕਹਿੰਦੇ ਬੱਲੇ ਬੱਲੇ ਆ। ਕਿਸੇ ਔਰਤ ਦੀ ਪੱਤ ਲੁੱਟੀ ਜਾਂਦੀ, ਉਹ ਦਰਬਾਰ ਵਿੱਚ ਜਾਂਦੇ ਆ, ਕੇਸ ਡਿਸਮਿਸ ਹੋ ਜਾਂਦਾ ਸੀ। ਕਹਿੰਦੇ ਏਡਾ ਘੋਰ ਪਾਪ ਉਸ ਵੇਲੇ ਮੁਗਲਾਂ ਦੇ ਰਾਜ ਵਿੱਚ ਹੋਣਾ ਸ਼ੁਰੂ ਹੋ ਗਿਆ। ਰਾਜੇ ਰਾਜੇ ਨਹੀਂ ਰਹੇ, ਮੰਤਰੀ ਮੰਤਰੀ ਨਹੀਂ ਰਹੇ। ਇਹਨਾਂ ਲੋਕਾਂ ਤੋਂ ਰਾਜੇ ਮੰਤਰੀ, ਜਿਨ੍ਹਾਂ ਨੂੰ ਕਦੇ ਲੋਕ ਕਹਿੰਦੇ ਸੀ ਨਾ ਸਾਡੇ ਪਰਿਵਾਰ ਦੇ ਮੈਂਬਰ ਸਾਨੂੰ ਬਚਾ ਲੈਣਗੇ, ਇਹ ਭੇੜੀਏ ਬਣ ਗਏ, ਦਰਿੰਦੇ ਬਣ ਗਏ। ਇਹਨਾਂ ਤੋਂ ਇੱਜ਼ਤਾਂ ਦਾ ਖਤਰਾ ਹੋ ਗਿਆ। ਘੋਰ ਪਾਪ ਦੀਆਂ ਨਿਸ਼ਾਨੀਆਂ ਨੇ, ਅੱਜ ਵੀ ਨੇ। ਕੌਣ ਸੀ ਹੈ? ਅੱਜ ਕਿਸੇ ਨੂੰ ਆਪਣਾ ਬਣਾ ਕੇ ਘਰ ਬਿਠਾਇਆ ਨਹੀਂ ਜਾ ਸਕਦਾ, ਕਿਸੇ ਤੇ ਕੋਈ ਐਤਬਾਰ ਨਹੀਂ। ਕਿਸੇ ਦੀ ਗੱਲ ਛੱਡੋ, ਇੱਥੇ ਤੇ ਸਕੇ ਪਿਓ ਪਿਓ ਨਹੀਂ, ਆਖੋ ਸਤਨਾਮ। ਲਿਖਿਆ ਹੁੰਦਾ ਨਾ ਅਖਬਾਰ 'ਚ, ਕਲਯੁਗੀ ਬਾਪ, ਕਲਯੁਗੀ ਮਾਮਾ, ਕਲਯੁਗੀ ਮਾਸੀ, ਕਲਯੁਗੀ ਚਾਚੀ। ਇਹ ਕੀ ਹੈ? ਇਹ ਤੇ ਅਸੀਂ ਅੱਜ ਸੁਣਦੇ ਆ, ਇਹ ਪਹਿਲਾਂ ਤੋਂ ਚੱਲਿਆ ਆਇਆ। ਇਹ ਕਾਰਨਾਮੇ ਨੇ ਕਲਯੁਗ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਵਿੱਖ ਬਚਨ ਅੱਗੇ ਜਾ ਕੇ ਆਉਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 500 ਬਚਨ ਕਿਹਾ ਹੋਇਆ ਹੈ ਭਵਿੱਖ ਦਾ, ਕਲਯੁਗ ਦਾ। ਸਾਰੇ ਪੂਰੇ ਹੋ ਰਹੇ, ਸ਼ੁਰੂ ਹੋ ਗਏ ਆ। ਕਹਿੰਦੇ ਜੀ ਉਸ ਵੇਲੇ ਜਦੋਂ ਸਾਰਾ ਕੁਝ ਹੋਇਆ, ਲੋਕੀ ਹਾਹਾਕਾਰ ਮਚਾਉਣ, ਧਰਮ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਹਰ ਪਾਸੇ ਧਰਮ ਦੇ ਨਾਂ ਤੇ ਪਖੰਡ, ਜਿੱਧਰ ਜਾਇਆ ਕਰਨ ਰੱਬ ਹੀ ਰੱਬ ਬੈਠੇ ਆ। ਕੋਈ ਰੱਬ ਕਿਤੇ ਵਾਲਾ, ਕੋਈ ਰੱਬ ਕਿਤੇ ਵਾਲਾ। ਅੱਜ ਰੱਬਾਂ ਦੀ ਕਮੀ ਹੈ? ਦੱਸੋ ਜੀ। ਰੋਜ਼ ਕਿੰਨੇ ਗੁਰੂ ਘਰ ਨੇ ਸਿੱਖ ਕੌਮ ਦੇ ਕਿਹਾ ਜਾਂਦਾ ਹੈ ਬਾਣੀ ਗੁਰੂ ਨੂੰ ਮੰਨੋ, ਬਾਣੀ ਪੜ੍ਹਿਆ ਕਰੋ। ਸੱਚੀ ਦੱਸਿਓ ਕਿੰਨੇ ਕੁ ਮੰਨਦੇ ਆ? ਔਖਾ ਨਾ। ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਕਲਯੁਗ ਦਾ ਵਕਤ ਦਾ ਐਸਾ ਪ੍ਰਭਾਵ ਹੈ। ਬੁੱਧੀ ਸਾਡੀ ਇਹ ਕਹਿੰਦੀ ਆ, ਮੱਤ ਸਾਡੀ ਇਹ ਕਹਿੰਦੀ ਵੀ ਜਿਹੜਾ ਬਾਬਾ ਹੱਥ ਤੇ ਸਰੋਂ ਜਮਾ ਦੇ, ਮੇਰੇ ਦੁੱਖ ਸਿਰ ਤੇ ਹੱਥ ਰੱਖ ਕੇ ਕੱਟ ਦੇ, ਮੇਰਾ ਪਾਠ ਕਰ ਦੇ, ਉਹੀ ਸਾਰਾ ਕੁਝ ਹੈ। ਵੀ ਮਰਦ ਦੇ ਦਰ ਤੇ ਸੇਵਾ ਕਰਨੀ ਪੈਣੀ, ਬਾਣੀ ਪੜ੍ਹਨੀ ਪੈਣੀ, ਹੌਲੀ ਹੌਲੀ ਫਰਕ ਹੋ। ਇੱਥੇ ਖੜੀ ਲੋਕ ਸੋਚਦੇ। ਉਹਨਾਂ ਸਮਿਆਂ ਦੇ ਮੰਤਰੀਆਂ ਨੇ ਧਾਰਮਿਕ ਲੋਕਾਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਤੇ ਧਾਰਮਿਕ ਨਹੀਂ ਰਹੇ। ਅਗਲਾ ਕਹਿੰਦਾ ਅਸੀਂ ਧਰਮ ਕਮਾ ਕੇ ਮਰਨਾ, ਸਾਨੂੰ ਕੀ ਲੋੜ ਪਈ ਹੈ? ਦੁਰਮਤ ਦੁਸ਼ਟ ਦਰੋਦਰੀ, ਦੋਕ੍ਰਿਤ ਦੁਖਤ ਕਲੇਸ਼। ਕਹਿੰਦੇ ਘਰਾਂ ਵਿੱਚ ਕਲੇਸ਼ ਸ਼ੁਰੂ ਹੋ ਗਿਆ, ਲੜਾਈਆਂ ਝਗੜੇ, ਦੁਕ੍ਰਿਤ, ਮਾੜੀ ਕਿਰਤ ਹੋ ਗਈ ਲੋਕਾਂ ਦੀ। ਪਾਪ ਦਾ ਪੈਸਾ ਜਿਹੜੇ ਘਰੇ ਆਊ, ਦੱਸੋ ਜਿੱਥੇ ਭਾਂਡੇ ਖੜਕਣਗੇ, ਕਲੇਸ਼ ਹੋਊਗਾ ਨਹੀਂ। ਇਹੀ ਨਿਸ਼ਾਨੀ ਹੈ। ਕਹਿੰਦੇ ਦੁਰਾਚਾਰ ਸ਼ੁਰੂ ਹੋ ਗਿਆ, ਹਰ ਬੰਦਾ ਦੁਸ਼ਟ ਹੋ ਗਿਆ, ਹਰ ਬੰਦਾ ਮਤਲਬ ਪ੍ਰਸਤ ਹੈ। ਅੱਜ ਨਹੀਂ ਹੈ। ਮੈਂ ਕਹਿੰਦਾ ਜਿਹਦੇ ਮਰਜ਼ੀ ਨਾਲ ਯਾਰੀ ਲਾ ਕੇ ਵੇਖੋ, ਅਗਲਾ ਤੇ ਮਤਲਬ ਕੱਢਣ ਨੂੰ ਫਿਰਦਾ ਤੁਹਾਡੇ ਤੇ। ਜਿੱਦਣ ਮਤਲਬ ਨਿਕਲ ਜੇ, ਜਿਹੜਾ ਕੱਲ ਤੱਕ ਜਾਨ ਵਰਗਾ ਸੀ ਅੱਜ ਜ਼ਹਿਰ ਵਰਗਾ। ਆਖੋ ਸਤਨਾਮ। ਕਿੰਨੇ ਆਉਂਦੇ ਆ, ਕਿੰਨੇ ਆਏ, ਕਿੰਨੇ ਗਏ। ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਹਾਲਤ ਏਡੀ ਮਾੜੀ ਹੋ ਗਈ, ਲੋਕਾਂ 'ਚ ਦੁਸ਼ਟਤਾਈ, ਨੀਚਤਾਈ, ਧੋਖਾਧੜੀ ਵੱਧ ਗਈ। ਹਰ ਬੰਦਾ ਕੋਸ਼ਿਸ਼ ਕਰਦਾ ਇਹਨੂੰ ਗੁਲਾਮ ਬਣਾਉਣਾ।
कहते हाहाकार मच गई, पंडित लोग मथे टकाया करन, लोगों को कहन शूदर ने मारो इन्हां नूं। कहते आम नूं शूदर कह के नकारिया जाया करे। लोकी दुखी हो गए। मंदिरां मस्जिदां दे विच, धार्मिक अस्थानां ते धर्मशाला विच किते इंसाफ नहीं, वो भी वपार ते पाप दे अड्डे बन गए। सोहण सिंह का सरस सो, धर्म पयो राकेश। कहते जी धर्म दिसदा ही किते नहीं, नाम करके बड़ियां बड़ियां धर्मशाला, बड़ियां बड़ियां मस्जिदां, पर कहते ना किसी मस्जिद विच धर्म, ना किसी मंदिर शिव दवाले विच धर्म। धर्म दे नां ते वपार सी, वपार। कहते ऐसे वपार होण लग पे, एतबार खत्म होण लग पे। धर्म कादे वास्ते? जिंदगी नूं उच्चा चुकण वास्ते। धर्म कादे लई है? धर्म जीवन नूं जीवन बनाउण वास्ते है, मनुख नूं देवता बनाउण वास्ते है। पर जे धर्म दे ठेकेदार इन्हां कमां ते आ जाणगे, फिर लोक धर्म नूं मन्नणगे। फिर महाराज कहते रहे आ, कूड़ अमावस सच चंद्रमा दिसै नहीं के चढ़िया। कहते धर्म दा सूरज ते दिसदा ही किते नहीं, उदां ते सारे धर्मी सी। जनेऊ पाई फिरदे लोग, राम राम करते फिरदे सी, बगल विच छुड़ियां सी, अल्लाह अल्लाह करते फिरदे सी लोग, हत्थां दे विच उन्हां दे कोल कटारां ने, छिल लाउंदे फिरदे आ धर्म दे नां ते। कहते जी किते रब नहीं दिसदा, धरती तो मानो रब अलोप हो गया। ईमानदारी चली गई, सच उड़ चुके हैं, धर्म दिसदा किते नहीं। कहते राजियां तो लैके धर्मी लोकां दी माड़ी हालत हो गई। चौपई नृपत पुकार ना सुनहि कोई, काजी रिश्वत बस यद काई। कहते कोई राजा महाराजा सुनदा नहीं, सुनदे की दी जेड़ा रिश्वत दिंदा। काजी होए रिश्वती, वड्डी लैके हक गवाए। काजी कौन सी? काजी नाम सी जज्जां दा। मियां लोग उन्हां समयां दे वकील सी। कहते सच नूं झूठ बना लो, झूठ नूं सच बना लो। रिश्वत दा दिन दिहाड़ी नंगा नाच सी। बड़ा औखा हो गया जी। कोई किसी नूं मार दिया करे, किसी दी जमीन दब लिया करे, किसी दी औरत खो के लै दिया करे, 4 पैसे काजी नूं दिया करे, केस जित दिया करे, शरह दा पाठ पढ़ाया करे, पाप भी धर्म हो जाया करे, ते धर्मी नूं पापी बना दिया करन। कहंदे ते बड़ी क्रूरता जमाने च आ गई। उदों धरती ते हाहाकार मची। राजियां तो लेके धर्मी लोग नित पाप कमाउंदे ने। झूठे को सच कर दे, सत न्याओ को नाउ न ले। कहंदे जी झूठे नूं सच्चा पलां च बना दिया करन, जचा दिया करन गल, ते सच्चे नूं किते इंसाफ ना मिलिया करे, ओहदा सच तो भी भरोसा उठ जाया करे। ऐडा घोर कलयुग वरत गया, इन्ना घोर। लोकां दा इन्हां चीज़ां तो विश्वास उठ गया, लोग मंदिर मस्जिद जाणों हट गए। कहंदे की करिए? मस्जिद विच मुल्ला लुੱਟੀ ਜਾਂਦਾ है, मंदिर विच पंडित लुੱਟਦਾ है, जे किसी काजी वकील कोल जांदे आ ਉਹ ਜੀਬ ਕੱਟ ਲੈਂਦਾ है, झूठे ਨੂੰ सच्चा बना ਦਿੰਦਾ, सच्चे ਨੂੰ झूठा बना ਦਿੰਦਾ। कहंदे जी आ हाल होया भाई गुरदास लिख दिता सी, काजी होए रिश्वत, रिश्वतां चल पईआं, जज विक गए। समय ਦੇ ਉਹਨਾਂ ਦੇ ਲੀਡਰ ਰਾਜੇ ਉਹ ਕਹਿੰਦੇ ਇਨਸਾਫ ਕਰਨਾ ਹੀ ਕੋਈ ਨਹੀਂ, ਪ੍ਰਜਾ ਨੂੰ ਕਿੰਨਾ ਸਤਾਓਗੇ ਉਹਨਾਂ ਫਾਇਦਾ। ਤੇ ਪ੍ਰਜਾ ਚਾਰੇ ਪਾਸੇ ਲੁੱਟੀ ਗਈ, ਨਾ ਉਹਨਾਂ ਦੀਆਂ ਜ਼ਮੀਨਾਂ ਵਿਕਦੀਆਂ, ਨਾ ਕਣਕ ਝੋਨਾ ਜੋ ਵੀ ਸੀ ਅਨਾਜ ਵਿਕਦਾ ਨਹੀਂ ਹੈ। ਲੋਕ ਆਉਂਦੇ ਲੁਟੇਰੇ ਬਣ ਕੇ, ਬਟ ਫਸਲਾਂ ਵੱਢ ਕੇ ਲੈ ਜਾਂਦੇ ਆ। ਸਾਰੀ ਸਾਲ 6-6 ਛਮਾਈਆਂ ਜ਼ਿਮੀਦਾਰਾਂ ਨੇ ਫਸਲ ਬੀਜਣੀ, ਧਾੜਵੀਆਂ ਨੇ ਆਉਣਾ ਲੁੱਟ ਕੇ ਲੈ ਜਾਣਾ। ਸਾਨੂੰ ਫਲਾਣੇ ਕਾਜੀ ਨੇ ਕਿਹਾ, ਗਰੀਬਾਂ ਦਾ ਜੋਰ ਕੋਈ ਰੋਣਾ, ਜਾ ਕੇ ਰੋਣਾ ਠੋਕਰਾਂ ਖਾ ਗਿਆ। ਜੋ ਪੱਲੇ ਹੁੰਦਾ ਸੀ ਉਹ ਵੀ ਲੁੱਟਿਆ ਜਾਂਦਾ ਏ। जह तह चली मलेशन भखा, निज निज धर्म नन सब नखा। कहते जी मलेशां दी भाषा चल पई, धर्म दे नाम ते धंधे चल पे पूरे जोर ते। जनेऊ पाओ धर्मी हो जाओ, सुनत कराओ धर्मी हो जाओ, पर धर्म है ही किसी कोल नहीं। कहते जिन्हों वेखो ਉਹੀ लालची, जिन्हों वेखो पैसा 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 पैसा। ਉਹਨਾਂ ਸਮਿਆਂ 'ਚ ਹੋਇਆ कहते घरां तो लैके मंदिर मस्जिद शिव दवालियां तक माया माया की पूजा होती है। खुदा दा नाम माया माया। अज भी चल जाओ, किसी डेरे चल जाओ, किसी धार्मिक स्थान से चल जाओ, सच्ची माया बिना बहुत औखा है। ठीक है माया गुजरान है, माया बिना कोई धार्मिक स्थान नहीं चल सकता। जरूरतां ने लोड़ां ने सब कुछ चाहिए, पर अज डेरियां विच जाके ते देखो माया दे नंगे नाच हुंदे आ।
ਜਿਸਮਾਂ ਤੇ ਕਤਲ ਹੁੰਦੇ ਆ, ਕੀ ਨਹੀਂ ਹੁੰਦਾ, ਕਿੰਨਾ ਕੁਝ ਮੀਡੀਆ ਚ ਆ ਗਿਆ। ਇਹ ਉਦੋਂ ਵੀ ਹੁੰਦਾ ਸੀ। ਕਹਿੰਦੇ ਜੀ ਇਹੋ ਜਿਹੇ ਪਾਪ ਹੋਣ ਲੱਗ ਪਏ, ਧਰਮ ਦੇ ਨਾਮ ਤੇ ਇੱਜ਼ਤਾਂ ਪੱਤਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਪਰ ਬ੍ਰਹਮਣ ਡਰਾਉਂਦੇ ਨੇ, ਕਹਿੰਦੇ ਨਹੀਂ, ਇੱਜ਼ਤ ਨਹੀਂ ਲੁੱਟੀ ਗਈ, ਤੁਹਾਨੂੰ ਧਰਮੀ ਬਣਾਇਆ ਗਿਆ। ਉਹ ਔਰਤਾਂ ਰੋਂਦੀਆਂ ਨੇ, ਪੁਕਾਰਾਂ ਕਰਦੀਆਂ ਨੇ, ਪਤੀ ਛੱਡ ਦਿੰਦੇ ਉਹਨਾਂ ਦੇ, ਨਾ ਘਰ ਜੋਗੀਆਂ ਰਹਿੰਦੀਆਂ, ਨਾ ਕਿਸੇ ਹੋਰ ਥਾਂ ਦੀਆਂ। ਕਹਿੰਦੇ ਪੱਤਾਂ ਦਾ ਖਿਲਵਾੜ ਹੋਣ ਲੱਗਿਆ, ਬੱਚਾ ਵੀ ਕੋਈ ਸੇਫ ਨਹੀਂ। ਐਸਾ ਘੋਰ ਕਲਯੁਗ ਦਾ ਹਾਲ ਉਸ ਵੇਲੇ ਹੋਇਆ, ਕਿਉਂਕਿ ਸਮੇਂ ਦੇ ਰਾਜੇ ਰਿਸ਼ਵਤੀ ਹੋ ਗਏ ਆ। ਜਦ ਕੋਈ ਰਾਜਾ ਲਾਲਚੀ ਹੋ ਜੇ ਨਾ, ਫਿਰ ਪ੍ਰਜਾ ਦਾ ਤੇ ਰੱਬ ਹੀ ਰਾਖਾ ਹੁੰਦਾ। ਕੌਣ ਹੁੰਦਾ ਉਹਦਾ? ਤੇ ਉਦੋਂ ਹਾਲਤ ਐਸੀ ਬਣ ਗਈ। ਭਾਈ ਬਾਲਾ ਜੀ ਕਹਿੰਦੇ ਹਾਹਾਕਾਰ ਮੱਚੀ, ਪਟਵਾਰੀਆਂ ਤੋਂ ਲੈ ਕੇ ਕਾਨੂੰਨ ਗੋ ਜੰਦੇ ਸੀ, ਸਾਰੇ ਰਿਸ਼ਵਤਾਂ ਲੈਣ ਲੱਗੇ ਨੇ। ਹੀਨ ਤਨ ਪਾਪਨ ਪੀਨਾ, ਗਰਵ ਖਸੋਟੈ ਦੋਖਤ ਦੀਨਾ। ਕਹਿੰਦੇ ਪੁੰਨ ਨਹੀਂ ਕਿਸੇ ਕੋਲ ਦਿਸਦਾ, ਪਾਪ ਹੀ ਪਾਪ ਚਾਰੇ ਪਾਸੇ, ਸਭ ਕੁਝ ਲੁੱਟਿਆ ਜਾਂਦਾ ਹੈ। ਜਦੋਂ ਐਸੀ ਹਾਲਤ ਜ਼ਮਾਨੇ ਦੀ ਬਣ ਗਈ, ਧਰਤੀ ਵੀ ਰੋਈ, ਅੰਬਰ ਵੀ ਰੋਇਆ। ਮਾਫ ਕਰਿਓ, ਸਮਾਂ ਉੱਪਰ ਹੋ ਗਿਆ ਹੈ, ਧਿਆਨ ਨਹੀਂ ਗਿਆ, ਇਸ ਕਰਕੇ ਸੌਰੀ, ਗੁਸਤਾਖੀ ਮਾਫ। ਜ਼ਿੰਮੇਵਾਰ ਦੇ ਕਿਰਪਾ ਕਰਨਗੇ, ਆਉਣ ਵਾਲੇ ਦਿਨਾਂ 'ਚ ਇਹ ਸਾਰੇ ਪ੍ਰਸੰਗਾਂ ਨੂੰ ਸਰਵਣ ਕਰਾਂਗੇ। ਉਸ ਵੇਲੇ ਦੇ ਵਰਤਾਰੇ ਨੂੰ ਕਵੀ ਜੀ ਬਿਆਨ ਕਰ ਰਹੇ ਨੇ, ਭਾਈ ਬਾਲਾ ਜੀ ਸੁਣਾ ਰਹੇ ਨੇ, ਗੁਰੂ ਅੰਗਦ ਦੇਵ